ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ ਗੁਰ ਸੂਰਜ ਕੋ ਪਕਰਨ ਹੇਤ, ਗਹਿ ਗਹਿ ਆਯੁਧ ਉਮਡੇ ਖੇਤ। ਕੋ ਆਗੈ ਕੋ ਪਛਚਾਤ, ਦੌਰਤ ਜਾਤ ਗਿਰੈ ਕੋ ਖਾਤ। ਗੁਰ ਸੂਰਜ ਕੋ ਪਕਰਨ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਪਵਿੱਤਰ ਸਤਸੰਗਤ ਦਾ ਸਮਾਂ ਜੀਵਨ ਦੇ ਸਫਲ ਕਰਨ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਅੰਮ੍ਰਿਤ ਕਥਾ ਆਓ ਮਨ ਬਾਣੀ ਸਰੀਰ ਕਰਕੇ ਇਕਾਗਰ ਹੋਈਏ। ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਕੁਰਬਾਨੀ ਭਰਿਆ ਲਾਸਾਨੀ ਇਤਿਹਾਸ ਜੋ ਕੱਲ੍ਹ ਦੇ ਦਿਨ ਇਸ ਸ਼ਹੀਦੀ ਪ੍ਰਸੰਗ ਦੀ ਆਰੰਭਤਾ ਕੀਤੀ ਸੀਗੀ, ਅੱਜ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਯਾਦਗਾਰ ਗੁਰਦੁਆਰਾ ਸਾਹਿਬ ਜੋ ਕਿਲ੍ਹਾ ਆਨੰਦਗੜ੍ਹ ਸਾਹਿਬ ਹੈ, ਹਰ ਸਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਮਹਾਰਾਜ ਜੀ ਨੇ ਛੱਡਿਆ ਹੈ ਅਤੇ ਬੜੀ ਭਾਵਨਾ ਸ਼ਰਧਾ ਨਾਲ ਉੱਥੋਂ ਨਗਰ ਕੀਰਤਨ ਜੋ ਹੈ ਉਹ ਕੱਢਿਆ ਜਾਂਦਾ ਹੈ। ਅੱਜ ਅੰਮ੍ਰਿਤ ਵੇਲੇ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ, ਕਿਉਂਕਿ ਅੱਜ ਜਿਹੜਾ ਦਿਨ ਚੜ੍ਹਿਆ ਏ, ਇਸ ਦਿਨ ਦੇ ਅੰਮ੍ਰਿਤ ਵੇਲੇ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਲ੍ਹਾ ਆਨੰਦਗੜ੍ਹ ਸਾਹਿਬ ਨੂੰ ਸੱਚੇ ਪਾਤਸ਼ਾਹ ਜੀ ਨੇ ਛੱਡਿਆ ਸੀਗਾ, ਜੋ ਆਪਾਂ ਕੱਲ੍ਹ ਇਤਿਹਾਸ ਸਰਵਣ ਕੀਤਾ ਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਇਹਨਾਂ ਨੇ ਸਹੁੰ ਖਾਧੀਆਂ ਸੀਗੀਆਂ। ਜੋ ਮੁਸਲਮਾਨ ਹੈ, ਕੁਰਾਨ ਸ਼ਰੀਫ ਦੀ ਜਿਹੜੀ ਕਸਮ ਹੈ ਉਹਨੂੰ ਉਹ ਚੰਗੀ ਤਰ੍ਹਾਂ ਜਾਣਦੇ ਹੈ ਕਿ ਕੁਰਾਨ ਸ਼ਰੀਫ ਦੀ ਕਸਮ ਕੀ ਹੁੰਦੀ ਹੈ, ਕਿਉਂਕਿ ਉਹਨਾਂ ਦਾ ਇਹ ਪਾਕ ਗ੍ਰੰਥ ਹੈ ਜਿਸ ਦਾ ਬਹੁਤ ਅਦਬ ਇਸਲਾਮ ਵਿੱਚ ਕੀਤਾ ਜਾਂਦਾ ਹੈ। ਜੋ ਮੁਹੰਮਦ ਸਾਹਿਬ ਨੇ ਸਿੱਖਿਆਵਾਂ ਦ੍ਰਿੜਾਈਆਂ ਨੇ, ਅਤੇ ਪਰ ਐਸੇ ਉਹ ਦਗਾਬਾਜ਼ ਲੋਕ ਜਿਨ੍ਹਾਂ ਨੇ ਕੁਰਾਨ ਸ਼ਰੀਫ 'ਤੇ ਹੱਥ ਰੱਖ ਕਰਕੇ, ਉਹ ਕੌਣ ਸਨ? ਉਸ ਸਮੇਂ ਦੀ ਹਕੂਮਤ ਨਰੰਗੇ ਦੀ, ਜਿਸ ਦੇ ਐਦੀਆਂ ਨੇ, ਜਿਸ ਦੇ ਸੈਨਾਪਤੀਆਂ ਨੇ ਇਹ ਸਾਰੀਆਂ ਸਹੁੰਆਂ ਤੋੜੀਆਂ। ਸੱਚੇ ਪਾਤਸ਼ਾਹ ਜੀ ਨੇ ਜ਼ਫ਼ਰਨਾਮੇ ਵਿੱਚ ਲਿਖਿਆ ਸੀ ਨਰੰਗੇ ਨੂੰ ਕਿ ਐ ਨਰੰਗਿਆ, ਤੂੰ ਸੱਚਾ ਮੁਸਲਮਾਨ ਨਹੀਂ ਹੈ। ਜੇ ਤੂੰ ਸੱਚਾ ਮੁਸਲਮਾਨ ਹੁੰਦਾ ਅਤੇ ਫਿਰ ਕੁਰਾਨ ਸ਼ਰੀਫ ਦੀ ਕਸਮ ਨਾ ਤੋੜਦਾ, ਕਿਉਂਕਿ ਤੇਰਾ ਅਕੀਦਾ ਕੁਰਾਨ ਸ਼ਰੀਫ 'ਤੇ ਨਹੀਂ ਹੈ। ਤੂੰ ਕੇਵਲ ਧਰਮ ਦਾ ਮਖੌਟਾ ਹੀ ਬਾਹਰੋਂ ਧਾਰਨ ਕੀਤਾ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਹ ਕਹੇ ਹੋਏ ਸੱਚੇ ਬਚਨ, ਜਿਹਦੇ ਨਾਲ ਨਰੰਗੇ ਦੀ ਫਿਰ ਮੌਤ ਹੋਈ ਸੀਗੀ, ਉਹ ਸੱਚਾਈ ਨੂੰ ਸਹਾਰ ਨਹੀਂ ਸੀ ਸਕਿਆ। ਅਤੇ ਇਹ ਪਹਾੜੀ ਰਾਜੇ ਜਿਹੜੇ ਸ਼੍ਰੀਮਦ ਭਾਗਵਤ ਗੀਤਾ ਦੇ ਉੱਤੇ ਹੱਥ ਰੱਖ ਕਰਕੇ ਅਤੇ ਆਟੇ ਦੀ ਗਊ ਬਣਾ ਕਰਕੇ, ਕਿਉਂਕਿ ਗਊ ਨੂੰ ਮਾਤਾ ਜਾਣ ਕੇ ਪੂਜਦੇ ਹੈ, ਸ਼੍ਰੀਮਦ ਭਾਗਵਤ ਗੀਤਾ ਜੋ ਚੰਗੇ ਜੀਵਨ ਦੇ ਜਿਉਣ ਦੀ ਜਿਵੇਂ ਸਿੱਖਿਆ ਦਿੰਦਾ ਏ ਅਤੇ ਬੜਾ ਅਕੀਦਾ ਰੱਖਦੇ ਹੈ, ਇਸ ਤਰ੍ਹਾਂ ਇਹਨਾਂ ਪਹਾੜੀ ਰਾਜਿਆਂ ਨੇ ਵੀ ਆਪਣੇ ਧਰਮ ਦਾ ਜੋ ਬਾਹਰੋਂ ਧਾਰਨ ਕੀਤਾ ਹੋਇਆ ਸੀ ਭੇਖ, ਇਹ ਜਿਹੜੇ ਐਸੇ ਲੋਕ ਹੁੰਦੇ ਹੈ
ਉਹ ਧਰਮ ਦਾ ਕੇਵਲ ਭੇਖ ਹੀ ਬਣਾ ਕਰਕੇ ਰੱਖਦੇ ਆ। ਧਰਮ ਉਹਨਾਂ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੁੰਦਾ। ਜੇ ਕੋਈ ਕਰਦੇ ਵੀ ਆ ਧਰਮ ਦਾ ਕਰਮ ਤੇ ਉਹ ਵਿਖਾਵੇ ਵਾਸਤੇ ਕਰਦੇ ਆ, ਦੁਨੀਆ ਨੂੰ ਭੁਲੇਖਾ ਪਾਉਣ ਵਾਸਤੇ, ਕਿ ਦੁਨੀਆ ਦੀਆਂ ਅੱਖਾਂ ਵਿੱਚ ਘੱਟਾ ਪਵੇ ਤੇ ਸਮਝ ਲੈਣ ਕਿ ਅਸੀਂ ਧਰਮੀ ਹਾਂ। ਧਰਮੀ ਬਿਲਕੁਲ ਨਹੀਂ ਉਹ ਹੁੰਦੇ। ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਅਧਰਮੀ ਕੀਤਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਪਾਜ ਉਗੇੜਿਆ, ਕਿਉਂਕਿ ਇਤਿਹਾਸ ਕਦੇ ਕਿਸੇ ਨੂੰ ਮੁਆਫ ਨਹੀਂ ਕਰਦਾ। ਜੋ ਕੁਝ ਇਹਨਾਂ ਨੇ ਕੀਤਾ, ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਪਰ ਫਿਰ ਹਮਲਾ ਬੋਲਿਆ ਹੈ, ਉਹ ਆਪਾਂ ਕੱਲ੍ਹ ਇਤਿਹਾਸ ਲੜੀਵਾਰ ਸਰਵਣ ਕੀਤਾ ਸੀ, ਪਹਿਲਾਂ ਸੰਖੇਪ ਰੂਪ ਵਿੱਚ, ਤੇ ਫਿਰ ਇਹ ਪ੍ਰਸੰਗ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਦੇ ਹੈ, ਮਹਾਰਾਜ ਜੀ ਦੇ ਕੋਲ ਜਦੋਂ ਇਹਨਾਂ ਨੇ ਇਉਂ ਅਰਜ਼ੋਈਆਂ ਕੀਤੀਆਂ ਸੀਗੀਆਂ, ਇਹਨਾਂ ਦਾ ਪਾਜ ਵੀ ਸਤਿਗੁਰਾਂ ਜੀ ਨੇ ਸਿੰਘਾਂ ਨੂੰ ਉਘੇੜ ਕੇ ਦਿਖਾਇਆ। ਪਰ ਸਿੰਘਾਂ ਦੇ ਪੁਰਜ਼ੋਰ ਬੇਨਤੀ ਕਰਨ ਤੋਂ, ਮਾਤਾ ਜੀ ਦੇ ਬੇਨਤੀ ਕਰਨ ਤੋਂ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਲ੍ਹਾ ਛੱਡਣਾ ਜਦੋਂ ਮਨਜ਼ੂਰ ਕੀਤਾ, ਫਿਰ ਹਜ਼ੂਰ ਨੇ ਆਗਿਆ ਕੀਤੀ, 3 ਜਥੇ ਬੰਨ੍ਹ ਦਿੱਤੇ। ਜਿਵੇਂ ਜਿਵੇਂ ਜ਼ਿੰਮੇਵਾਰ ਸਿੰਘ ਸਨ, ਉਹਨਾਂ ਸਭ ਨੂੰ ਮਹਾਰਾਜ ਨੇ ਜ਼ਿੰਮੇਵਾਰੀ ਸੌਂਪ ਦਿੱਤੀ। ਇੱਕ ਵੱਡਾ ਵਹੀਰ ਜਿਹਦੇ ਵਿੱਚ ਬੀਬੀਆਂ ਨੇ, ਬਜ਼ੁਰਗ ਨੇ, ਤੇ ਉਹਨਾਂ ਦਾ ਜਥਾ ਬੰਨ੍ਹ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਤੋਰਿਆ। ਦੂਸਰਾ ਜਥਾ ਭਾਈ ਮਨੀ ਸਿੰਘ ਸਾਹਿਬ ਜੀ ਦੇ ਕਮਾਂਡ ਥੱਲੇ ਦਿੱਤਾ ਅਤੇ ਆਗਿਆ ਕੀਤੀ ਕਿ ਆਪਣੀਆਂ ਮਾਤਾਵਾਂ ਨੂੰ ਤੁਸੀਂ ਦਿੱਲੀ ਵੱਲ ਨੂੰ ਲੈ ਕਰਕੇ ਕੂਚ ਕਰ ਜਾਓ। ਫਿਰ ਸੱਚੇ ਪਾਤਸ਼ਾਹ ਜੀ ਨੇ ਆਪ ਮਹਾਰਾਜ ਕਿਲ੍ਹੇ ਦੇ ਅੰਦਰ ਸਤਿਗੁਰੂ ਜੀ ਸਜੇ ਰਹੇ। ਦੁਸ਼ਮਣ ਨੂੰ ਭੈ ਬਣਿਆ ਰਿਹਾ ਕਿ ਮਹਾਰਾਜ ਕਿਲ੍ਹੇ ਦੇ ਉੱਪਰ ਆਪ ਅਜੇ ਹਨ। ਤੇ ਜਦੋਂ ਫਿਰ ਸੱਚੇ ਪਾਤਸ਼ਾਹ ਜੀ ਨੇ ਆਪ ਚਾਲਾ ਪਾਉਣਾ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਚੱਲ ਕਰਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਮਹਾਰਾਜ ਜੀ ਆਏ ਹੈ ਪਿਤਾ ਜੀ ਦੇ ਅਸਥਾਨ 'ਤੇ। ਹਜ਼ੂਰ ਨੇ ਨਮਸਕਾਰ ਕੀਤੀ ਹੈ, ਅਰਦਾਸ ਕੀਤੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਵਰਤੀ ਹੈ ਸਭ ਦੇ ਅੰਦਰ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਫਿਰ ਆਗਿਆ ਕੀਤੀ ਹੈ ਕਿ ਕੋਈ ਭਾਈ ਪਿਤਾ ਜੀ ਦੇ ਅਸਥਾਨ 'ਤੇ ਸੇਵਾ ਕਰੇ। ਜਦੋਂ ਸਤਿਗੁਰਾਂ ਜੀ ਨੇ ਭਾਈ ਗੁਰਬਖਸ਼ ਨੂੰ ਲਾਗੇ ਖਲੋਤਾ ਵੇਖਿਆ, ਉਦਾਸੀ ਸਾਧੂ ਸੀਗਾ, ਆਗਿਆ ਕੀਤੀ। ਮਹਾਰਾਜ ਨੇ ਕਿਹਾ ਕਿ ਇੱਥੇ ਤੁਸੀਂ ਸੇਵਾ ਕਰੋ। ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਤੋਂ ਬਿਨਾਂ ਸਾਨੂੰ ਕੌਣ ਜਾਣਦਾ ਇੱਥੇ। ਮਹਾਰਾਜ ਤੁਰਕ ਆ ਕਰਕੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣਗੇ। ਸੱਚੇ ਪਾਤਸ਼ਾਹ ਜੀ ਨੇ ਰਾਸ਼ਨ ਦੀ ਰਸਦ ਦੀ ਭਰੀ ਹੋਈ ਇੱਕ ਬੈਲ ਗੱਡੀ ਸੌਂਪੀ, ਨਾਲ ਆਖਿਆ ਕਿ ਇੱਥੇ ਕਦੇ ਕਿਸੇ ਦਾ ਕੋਈ ਬਾਲ ਨਹੀਂ ਵਿੰਗਾ ਹੋਵੇਗਾ। ਗੁਰੂ ਪਿਤਾ ਜੀ ਦੇ ਅਸਥਾਨ 'ਤੇ ਦੋਵੇਂ ਸਮੇਂ ਤੁਸੀਂ ਸ਼ਰਧਾ ਭਾਵਨਾ ਨਾਲ ਸੇਵਾ ਕਰੋਗੇ, ਝਾੜੂ ਆਦਿਕ ਦੇਵੋਗੇ, ਘਿਓ ਦਾ ਦੀਪ ਜਗਾਵੋਗੇ ਤੇ ਸ਼ਬਦਾਂ ਦਾ ਜਾਪ ਕਰੋਗੇ। ਗੁਰੂ ਪਿਤਾ ਜੀ ਤੁਹਾਨੂੰ ਇੱਥੇ ਵਿੱਚ ਵਰਤਦੇ ਹੋਏ ਹੀ ਦਿਖਾਈ ਦੇਣਗੇ। ਤੁਹਾਨੂੰ ਸਦਾ ਹੀ ਗੁਰੂ ਪਿਤਾ ਜੀ ਦਾ ਸਪਰਸ਼ ਪ੍ਰਾਪਤ ਰਹੇਗਾ। 4 ਪਦਾਰਥ ਇੱਥੇ ਵਰਨਗੇ, ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਵੇਗੀ। ਬਹੁਤ ਮਹਾਰਾਜ ਨੇ ਵਰਦਾਨ ਬਖਸ਼ਿਸ਼ ਕੀਤੇ। ਉਹਨਾਂ ਦਾ ਮਨ ਸ਼ਰਧਾ ਨਾਲ ਝੁਕਿਆ, ਹਜ਼ੂਰ ਦੇ ਚਰਨਾਂ 'ਤੇ ਨਮਸਕਾਰ ਕੀਤੀ। ਕਿਹਾ ਮਹਾਰਾਜ ਜਿੰਨੇ ਸਵਾਸ ਹਨ ਇੱਥੇ ਹੀ ਸੇਵਾ ਕਰਾਂਗਾ। ਤੇ ਉਸ ਭਾਈ ਗੁਰਬਖਸ਼ ਨੇ ਜਿੰਨੇ ਸਵਾਸ ਸੀ ਉੱਥੇ ਹੀ ਮਹਾਰਾਜ ਦੇ ਅਸਥਾਨ 'ਤੇ ਹੀ ਸਾਰੀ ਜ਼ਿੰਦਗੀ ਸੇਵਾ ਕੀਤੀ ਸੀਗੀ। ਇਹ ਬ੍ਰਹਮ ਗਿਆਨੀ ਹੋਏ ਮਹਾਂਪੁਰਖ। ਗੁਰੂ ਸਾਹਿਬ ਜੀ ਨੇ ਏਡੀ ਬਖਸ਼ਿਸ਼ ਇਹਨਾਂ 'ਤੇ ਕੀਤੀ। ਫਿਰ ਮਹਾਰਾਜ ਨੇ 4 ਪਰਿਕਰਮਾ ਕੀਤੀਆਂ ਤੇ ਸੱਚੇ ਪਾਤਸ਼ਾਹ ਜੀ 4 ਪਰਿਕਰਮਾ ਕਰਕੇ ਨਮਸਕਾਰ ਕਰਕੇ ਜਦੋਂ ਮਹਾਰਾਜ ਦਰਬਾਰ ਅਸਥਾਨ ਤੋਂ ਬਾਹਰ ਆਏ, ਸੇਵਕ ਨੇ ਤਿਆਰ ਕੀਤਾ, ਸ਼ਿੰਗਾਰਿਆ ਘੋੜਾ, ਮਹਾਰਾਜ ਦੇ ਸਾਹਮਣੇ ਹਾਜ਼ਰ ਕੀਤਾ। ਹਜ਼ੂਰ ਤੇ ਸਮੇਂ ਫਿਰ ਪਲਾਕੀ ਮਾਰ ਕੇ ਮਹਾਰਾਜ ਘੋੜੇ 'ਤੇ ਸਵਾਰ ਹੋ ਗਏ। ਰਣਜੀਤ ਨਗਾਰੇ 'ਤੇ ਚੁੱਭ ਵੱਜੀ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਤਿਆਰੀ ਕਰਕੇ
ਜਦੋਂ ਮਹਾਰਾਜ ਸਾਹਿਬ ਜੀ ਤੁਰੇ ਹੈ, ਉਸ ਸਮੇਂ ਦਾ ਦ੍ਰਿਸ਼ ਕਵੀਰਾਜ ਨੇ ਪੇਸ਼ ਕੀਤਾ ਕਿ ਸੱਚੇ ਪਾਤਸ਼ਾਹ ਜੀ ਦੇ ਖੱਬੇ ਪਾਸੇ ਪੰਜੇ ਹੀ ਮੁਕਤੇ ਸਿੰਘ ਹਨ ਅਤੇ ਸਤਿਗੁਰੂ ਜੀ ਦੇ ਕੋਲ ਬਿਲਕੁਲ ਭਾਈ ਦਇਆ ਸਿੰਘ ਜੀ ਹੈ ਅਤੇ ਇੱਕ ਪਾਸੇ ਭਾਈ ਆਲਮ ਸਿੰਘ ਜੀ ਹਨ। ਸੱਜੇ ਪਾਸੇ ਸੱਚੇ ਪਾਤਸ਼ਾਹ ਜੀ ਦੇ ਭਾਈ ਮੋਹਕਮ ਸਿੰਘ ਜੀ ਹੈ, ਭਾਈ ਸਾਹਿਬ ਸਿੰਘ ਜੀ ਹੈ, ਭਾਈ ਹਿੰਮਤ ਸਿੰਘ ਜੀ ਹੈ। ਇਸ ਪ੍ਰਕਾਰ ਇਉਂ ਇਹ ਸਿੰਘ ਜਿਹੜੇ ਸਤਿਗੁਰਾਂ ਜੀ ਨੂੰ, ਜਿਹੜੇ ਮਹਾਰਾਜ ਦੇ ਪਹਿਰੇ 'ਤੇ ਰਹਿੰਦੇ ਆ 25 ਸਿੰਘ, ਇਉਂ ਮਹਾਰਾਜ ਨੂੰ ਦੁਆਲਿਓਂ ਘੇਰਾ ਪਾ ਕਰਕੇ ਅਤੇ 500 ਸਿੰਘਾਂ ਦਾ ਜਥਾ ਤੇ ਸਮੇਂ ਸੱਚੇ ਪਾਤਸ਼ਾਹ ਜੀ ਦੀ ਕਮਾਂਡ ਥੱਲੇ ਤੁਰਿਆ। ਅੱਗੇ ਅੱਗੇ ਸਭ ਤੋਂ ਭਾਈ ਉਦੈ ਸਿੰਘ ਸਾਹਿਬ ਜੀ ਹੈ ਅਤੇ ਪਿੱਛੇ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ, ਜੋ ਪਿੱਛੋਂ ਦੁਸ਼ਮਣ ਦਾ ਹਮਲਾ ਹੋਣ ਦਾ ਜੋ ਖਦਸ਼ਾ ਹੈ ਉਹ ਸਾਰੀ ਨਿਗਰਾਨੀ ਕਰਦੇ ਹੋਏ ਇਉਂ ਸੱਚੇ ਪਾਤਸ਼ਾਹ ਜੀ ਜਦੋਂ ਕਿਲ੍ਹੇ ਤੋਂ ਮਹਾਰਾਜ ਜੀ ਨਿਕਲੇ ਆ ਗਰੀਬ ਨਵਾਜ, ਅਤੇ ਰਾਤ ਦੇ ਹਨੇਰੇ ਵਿੱਚ ਜਿਹੜੇ ਮਸ਼ਾਲਚੀ ਆਦਿਕ ਸੀਗੇ, ਬਰਖਾ ਦੇ ਪ੍ਰਭਾਵ ਕਰਕੇ ਉਹ ਵੀ ਉਹਨਾਂ ਦਾ ਪੂਰਾ ਜ਼ੋਰ ਨਹੀਂ ਸੀ ਪੈ ਰਿਹਾ। ਸੱਚੇ ਪਾਤਸ਼ਾਹ ਜੀ ਜਦੋਂ ਕਿੰਨੇ ਕੁ ਕੋਹ ਲੰਘ ਗਏ ਹੈ, ਫਿਰ ਇਹਨਾਂ ਦੀ ਇਹੋ ਜਿਹੀ ਮੱਤ ਮਾਰੀ ਗਈ, ਪਤਾ ਨਹੀਂ ਲੱਗਾ। ਸੋਚਦੇ ਆ ਕਿ ਕਿਲ੍ਹੇ ਵੱਲੋਂ ਕੋਈ ਹੁਣ ਆਵਾਜ਼ ਨਹੀਂ ਆਉਂਦੀ, ਲੱਗਦਾ ਹੈ ਕਿ ਗੁਰੂ ਸਾਹਿਬ ਕਿਲ੍ਹਾ ਛੱਡ ਗਏ ਹੈ। ਜਦੋਂ ਇਹਨਾਂ ਨੇ ਫਿਰ ਕਿਲ੍ਹੇ ਦੇ ਨੇੜਾ ਕੀਤਾ ਅਤੇ ਵੇਖਿਆ ਕਿ ਕਿਲ੍ਹਾ ਖਾਲੀ ਪਿਆ ਹੋਇਆ, ਫਿਰ ਇਹਨਾਂ ਨੇ ਉਹ ਸਾਰੀਆਂ ਕਸਮਾਂ ਤੋੜੀਆਂ ਅਤੇ ਘਨੌਲੇ ਨਗਰ ਤੱਕ ਸੱਚੇ ਪਾਤਸ਼ਾਹ ਜੀ ਦਾ ਸਾਰਾ ਜੋ ਹੈ ਸਿੰਘਾਂ ਦਾ ਦਲ ਜਥਾ ਉਹ ਪਹੁੰਚ ਚੁੱਕਿਆ ਹੈ। ਪਿੱਛੋਂ ਜਿਵੇਂ ਇਹ ਸਾਰੀਆਂ ਕਸਮਾਂ ਤੋੜ ਕੇ ਸਤਿਗੁਰਾਂ ਜੀ ਦੇ ਉੱਪਰ ਹਮਲਾ ਬੋਲਦੇ ਹੈ, ਕਿਉਂਕਿ ਇਹਨਾਂ ਨੇ ਹਜ਼ੂਰ ਦੇ ਸਾਹਮਣੇ ਇਹੋ ਹੀ ਜਿਹੜੀ ਸੀ ਕਸਮ ਖਾਧੀ ਸੀ ਨਾ ਕਿ ਮਹਾਰਾਜ ਸਾਨੂੰ ਕੁਰਾਨ ਸ਼ਰੀਫ ਦੀ ਕਸਮ ਹੈ, ਜੇ ਤੁਹਾਡਾ ਕੋਈ ਨੁਕਸਾਨ ਕਰੇ, ਤੁਹਾਡੇ ਵੱਲ ਵੇਖੇ ਵੀ ਤਾਂ ਬੁਰੀ ਨਿਗਾਹ ਨਾਲ। ਅਤੇ ਇਹਨਾਂ ਨੇ ਸੁਗੰਧ ਖਾਧੀ ਸੀ ਪਹਾੜੀ ਰਾਜਿਆਂ ਨੇ ਕਿ ਗੁਰੂ ਸਾਹਿਬ ਜੀ ਅਸੀਂ ਸ਼੍ਰੀਮਦ ਭਾਗਵਤ ਗੀਤਾ ਦੀ ਅਤੇ ਗਊ ਦੀ ਸਹੁੰ ਖਾਂਦੇ ਹਾਂ ਕਿ ਅਸੀਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ। ਇਹਨਾਂ ਨੇ ਖਾਧੀਆਂ ਹੋਈਆਂ ਸਹੁੰਆਂ ਜਿਹੜੀਆਂ ਸੀ ਉਹ ਫਿਰ ਤੋੜੀਆਂ ਅਤੇ ਗੁਰੂ ਸਾਹਿਬ ਜੀ ਦੇ ਕਾਫਲੇ ਦੇ ਉੱਪਰ ਜਿਵੇਂ ਹਮਲਾਵਰ ਹੁੰਦੇ ਹੈ, ਮਹਾਰਾਜ ਜੀ ਸਰਸਾ ਦਾ ਨੇੜਾ ਕਿਵੇਂ ਕਰਦੇ ਆ ਸੱਚੇ ਪਾਤਸ਼ਾਹ ਜੀ, ਉੱਥੇ ਫਿਰ ਆਸਾ ਦੀ ਵਾਰ ਦਾ ਕੀਰਤਨ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਰਦੇ ਹੈ। ਅੱਜ ਦਾ ਜਿਹੜਾ ਦਿਨ ਚੜ੍ਹਿਆ ਹੈ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸਰਸਾ ਪਾਰ ਕਰਕੇ ਦਿਨ ਦਾ ਚੜ੍ਹਾਅ ਹੋਇਆ ਸੀਗਾ। ਅਤੇ ਜਿਵੇਂ ਜਿਵੇਂ ਅੱਗੇ ਪ੍ਰਸੰਗ ਆਉਣਗੇ ਦਿਹਾੜਿਆਂ ਦੇ ਸੰਬੰਧ ਵਿੱਚ, ਉਹ ਵਿੱਚੋਂ ਆਪਾਂ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਿੱਛਾ ਕਰਦੀ ਹੋਈ ਇਹ ਤੁਰਕਾਂ ਦੀ ਫੌਜ ਅਤੇ ਪਹਾੜੀਆਂ ਦੀ ਸੈਨਾ ਜਿਵੇਂ ਆ ਰਹੀ ਹੈ, ਕਿਵੇਂ ਇੱਥੇ ਗੈ ਗੱਚ ਲੜਾਈ ਹੁੰਦੀ ਹੈ, ਯੁੱਧ ਹੁੰਦਾ ਹੈ। ਆਓ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਸੂਰਜ ਕੋ ਪਕਰਨ ਹੇਤ। ਕਵੀਰਾਜ ਕਹਿੰਦੇ ਹੈ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸੂਰਜ ਦੀ ਨਿਆਈ ਹਨ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰੂਪੀ ਸੂਰਜ ਨੂੰ ਪਕੜਨ ਵਾਸਤੇ ਕਹਿ ਕਹਿ ਆਯੁੱਧ ਉਮੜੇ ਖੇਤ। ਫੜ ਫੜ ਕੇ ਸ਼ਸਤਰ ਰਣ ਤੱਤੇ ਵਿੱਚ ਉਤਰੇ ਆਏ ਸਾਰੇ। ਪਹਾੜੀਆਂ ਦੀ ਸੈਨਾ, ਤੁਰਕਾਂ ਦੀ ਫੌਜ ਅਤੇ ਸੂਰਜ ਦੀਆਂ ਜ਼ੁਲਫਾਂ ਨੂੰ ਜੇ ਕੋਈ ਹੱਥ ਪਾਵੇ ਅਤੇ ਸੂਰਜ ਉਹਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਸੂਰਜ ਰੌਸ਼ਨੀ ਦਿੰਦਾ ਹੈ, ਉਹਦੀ ਰੌਸ਼ਨੀ ਦਾ, ਉਹਦੀ ਗਰਮੈਸ਼ ਦਾ ਨਿੱਘ ਮੰਨਣਾ ਚਾਹੀਦਾ ਹੈ। ਜੇਕਰ ਕਿ ਸੂਰਜ ਦੀ ਕਿਰਨ ਨੂੰ ਕੋਈ ਪਕੜਨ ਦਾ ਯਤਨ ਕਰੇ
ਤੇ ਉਹ ਕਿੰਨਾ ਯਤਨ ਕਰ ਲਵੇ, ਸੂਰਜ ਦੀ ਰੌਸ਼ਨੀ ਨੂੰ ਪਕੜ ਨਹੀਂ ਸਕਦਾ ਹੈ, ਤੇ ਸੂਰਜ ਨੂੰ ਹੱਥ ਪਾਉਣ ਦਾ ਕੋਈ ਯਤਨ ਕਿਵੇਂ ਕਰ ਸਕਦਾ। ਫਿਰ ਇਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਰੂਪੀ ਸੂਰਜ ਨੂੰ ਇਹ ਐਸੇ ਮੂਰਖ ਹੈ ਕਿ ਗੁਰੂ ਸਾਹਿਬ ਜੀ ਨੂੰ ਪਕੜਿਆ ਨਹੀਂ ਜਾ ਸਕਦਾ, ਪਰ ਫਿਰ ਵੀ ਇਹ ਯਤਨ ਕਰਦੇ ਹੋਏ ਸ਼ਸਤਰਾਂ ਨੂੰ ਪਕੜ ਪਕੜ ਕੇ ਉਤਰੇ ਰਣ ਤੱਤੇ ਵਿੱਚ। ਕੋ ਆਗੈ ਕੋ ਪਛਾਤ, ਕੋਈ ਤਾਂ ਅੱਗੇ ਦੌੜੇ ਜਾਂਦੇ ਐ, ਕੋਈ ਪਿੱਛੇ ਪਿੱਛੇ ਅਗਲਿਆਂ ਦੀ ਪੈੜ ਦੱਬਦੇ ਚੱਲ ਰਹੇ ਐ। ਦੌਰਤ ਜਾਤ ਗਿਰੈ ਕੋ ਖਾਤ, ਦੌੜਦੇ ਜਾਂਦੇ ਕੋਈ ਘੋੜੇ ਸਮੇਤ ਹੀ, ਜਿਹੜਾ ਖਾਈ ਵਿੱਚ ਜਾ ਡਿੱਗਦੇ ਐ, ਟੋਏ ਵਿੱਚ ਡਿੱਗ ਜਾਂਦੇ ਐ। ਕਿਤਕ ਪਰਸਪਰ ਲੱਗੇ ਧਕੇਲੇ, ਤੇ ਐਡੀ ਫੌਜ ਆ ਹੁਣ, ਤੇ ਕਿੰਨਿਆਂ ਨੂੰ ਆਪਸ ਵਿੱਚ ਹੀ ਜਿਉਂ ਧੱਕੇ ਵੱਜੇ ਆ ਰਾਤ ਦੇ ਵਕਤ। ਬਾਜੀ ਲਰਤ ਸੂਰਨ ਮੇਲੇ, ਤੇ ਇਉਂ ਘੋੜਿਆਂ ਦੇ ਉੱਤੇ ਸਵਾਰ ਲੜਦੇ ਹੋਏ, ਭਾਵ ਛੇਤੀ ਨਾਲ ਕਾਹਲੀ ਨਾਲ ਲੜਨ ਦੀ ਤਿਆਰੀ ਕਰਦੇ ਹੋਏ ਅੱਗੇ ਨੂੰ ਵੱਧਦੇ ਐ, ਤੇ ਧਾਕਾ ਵੱਜਦਿਆਂ ਹੀ ਘੋੜਿਆਂ ਸਮੇਤ ਡਿੱਗ ਗਏ ਐ। ਕਰ ਤੂਰਨ ਤਾ ਪਹੁੰਚੇ ਆਏ, ਬੜੀ ਛੇਤੀ ਕਰਦੀ ਹੋਈ ਫਿਰ ਵੀ ਇਹ ਸੈਨਾ ਪਿੱਛਾ ਦਬਾਉਂਦੀ ਹੋਈ ਆ ਪਹੁੰਚੀ ਐ ਨੇੜੇ। ਸਿੰਘਨ ਕੋ ਪਿੱਛੇ ਜਹ ਜਾਏ, ਸਿੰਘਾਂ ਦਾ ਪਿੱਛਾ ਕੀਤਾ ਜਿੱਧਰ ਨੂੰ ਸਿੰਘ ਜਾ ਰਹੇ ਆ ਜਥਾ ਬੰਨ ਕਰਕੇ। ਸੁਣ ਕੇ ਸ਼ਬਦ ਹਟਾਵਨ ਕਰੇ, ਜਦੋਂ ਇਉਂ ਪਿੱਛੋਂ ਘੋੜਿਆਂ ਦੇ ਹਿਣਕਣ ਦੀ ਆਵਾਜ਼ ਬੜਾ ਕਲਮਲਾਹਟ ਸਿੰਘਾਂ ਨੇ ਸੁਣਿਆ, ਤੇ ਬਾਬਾ ਅਜੀਤ ਸਿੰਘ ਸਾਹਿਬ ਜੋ ਪਿੱਛੇ ਕਮਾਂਡ ਕਰ ਰਹੇ ਐ ਜਾਣ ਗਏ ਕਿ ਪਹਾੜੀਆਂ ਨੇ ਦਗਾ ਕਮਾ ਲਿਆ। ਇਹਨਾਂ ਮੁਸਲਮਾਨਾਂ ਨੇ ਆਪਣੀ ਖਾਧੀ ਹੋਈ ਕਸਮ ਜਿਹੜੀ ਆ ਕੁਰਾਨ ਸ਼ਰੀਫ ਦੀ ਉਹ ਤੋੜ ਦਿੱਤੀ ਹੈ। ਇਉਂ ਉੱਚੀ ਉੱਚੀ ਸੁਣਦੀ ਜਿਹੜੀ ਆਵਾਜ਼ ਉਹ ਦੂਰ ਦੂਰ ਤੱਕ ਪਤਾ ਲੱਗ ਰਿਹਾ ਏ। ਕੌਣ ਅਹੋ ਤੁਮ ਰਹੀਏ ਖਰੇ, ਇਉਂ ਉੱਚੀ ਜਦੋਂ ਪਛਾਣ ਲਈ ਇਹਨਾਂ ਨੇ ਆਵਾਜ਼ ਦਿੱਤੀ ਹੈ, ਕੌਣ ਭਾਈ ਤੁਸੀਂ, ਖੜੇ ਹੋ ਜਾਵੋ। ਦੋਏ ਦਿਸ਼ ਦੁਸ਼ਮਨ ਜਾਣੇ ਗਏ, ਤੇ ਫਿਰ ਉਹਨਾਂ ਦੀ ਆਵਾਜ਼ ਤੋਂ ਪਹਿਚਾਣ ਲਿਆ, ਦੋਵਾਂ ਪਾਸਿਆਂ ਤੋਂ ਜਾਣਿਆ ਗਿਆ। ਉਹਨਾਂ ਨੂੰ ਪਤਾ ਲੱਗ ਗਿਆ ਕਿ ਅੱਗੇ ਸਿੰਘ ਹੈ, ਤੇ ਇਧਰੋਂ ਸਿੰਘਾਂ ਨੂੰ ਪਤਾ ਲੱਗ ਗਿਆ ਕਿ ਅੱਗੇ ਭਾਈ ਤੁਰਕਾਂ ਦੀ ਫੌਜ ਆ ਗਈ ਚੜ ਕੇ ਕਸਮਾਂ ਤੋੜ ਕੇ। ਸ਼ਸਤਰਨ ਗਹਿ ਸੁਚੇਤ ਸਭ ਭਏ, ਸਾਰੇ ਫਿਰ ਸਾਵਧਾਨ ਹੋ ਗਏ ਸਿੰਘ ਸ਼ਸਤਰਾਂ ਨੂੰ ਪਕੜ ਕਰਕੇ। ਜਵਾਲਾ ਬੰਮਣੀ ਦੁਸ਼ਟਨ ਦਮਣੀ, ਤੇ ਉਹ ਫਿਰ ਬੰਦੂਕਾਂ ਜਿਹੜੀਆਂ ਸੀ ਨਾ, ਜਿਹੜੀਆਂ ਸਿੰਘਾਂ ਨੇ ਆਪਣੇ ਮੋਢਿਆਂ ਤੇ ਤਿਆਰ ਕਰਕੇ ਪਾਈਆਂ ਹੋਈਆਂ ਸੀ, ਬਾਬਾ ਅਜੀਤ ਸਿੰਘ ਸਾਹਿਬ ਨੇ ਮੋਰਚਾ ਉੱਥੇ ਹੀ ਲਾਉਣ ਵਾਸਤੇ ਆਗਿਆ ਕਰ ਦਿੱਤੀ। ਤੇ ਬੰਦੂਕਾਂ ਦੇ ਵਿੱਚੋਂ ਫਿਰ ਅੱਗ ਵਰਨ ਲੱਗੀ, ਜਿਹੜੀਆਂ ਦੁਸ਼ਮਣਾਂ ਨੂੰ ਨਾਸ ਕਰਨ ਵਾਲੀਆਂ ਵੱਡੀਆਂ ਬੰਦੂਕਾਂ ਨੇ। ਛੁੱਟਣ ਲੱਗੀ ਸਨਮੁਖ ਰਿਪ ਸ਼ਮਣੀ, ਤੇ ਦੁਸ਼ਮਣਾਂ ਦੇ ਸਾਹਮਣੇ ਫਿਰ ਗੋਲੀ ਜਿਹੜੀ ਸੀ ਤੇ ਸਮੇਂ ਸਿੰਘਾਂ ਦੀਆਂ ਬੰਦੂਕਾਂ ਵਿੱਚੋਂ ਚੱਲਣ ਲੱਗੀ। ਦਗਾ ਕਰਿਓ ਮਿਲ ਤੁਰਕ ਪਹਾੜੀ, ਸਿੰਘ ਜਾਣ ਗਏ ਕਿ ਤੁਰਕਾਂ ਤੇ ਪਹਾੜੀਆਂ ਨੇ ਮਿਲ ਕਰਕੇ ਇਹ ਦਗਾ ਕੀਤਾ ਏ। ਤਬ ਜਾਨੀ ਸਿੰਘਨ ਸੁਧ ਸਾਰੀ, ਜਦੋਂ ਇਹਨਾਂ ਪਿੱਛੋਂ ਹਮਲਾ ਬੋਲਿਆ ਉਦੋਂ ਫਿਰ ਸਿੰਘਾਂ ਨੇ ਇਹ ਸਾਰੀ ਖਬਰ ਜਿਹੜੀ ਸੀ ਜਾਣੀ। ਉਦੋਂ ਪਤਾ ਲੱਗਾ ਕਿ ਇਹ ਕਿਹੋ ਜਿਹੇ ਹਨ। ਇਸੀ ਹੇਤ ਸਤਿਗੁਰੂ ਹਟਾਵਤ, ਫਿਰ ਮਨ ਵਿੱਚ ਸੋਚਦੇ ਆ ਸਿੰਘ ਕਿ ਇਸੇ ਕਰਕੇ ਮਹਾਰਾਜ ਸਾਨੂੰ ਮੋੜਦੇ ਸੀ ਕਿ ਕਿਲਾ ਨਾ ਛੱਡੀਏ। ਸੱਚੇ ਪਾਤਸ਼ਾਹ ਇਸੇ ਕਰਕੇ ਸਾਨੂੰ ਹਟਾਉਂਦੇ ਸੀਗੇ। ਸਮਝ ਸਿੰਘ ਸਭ ਚਿਤ ਪਛਤਾਵਤ, ਹੁਣ ਇਸ ਗੱਲ ਨੂੰ ਸਮਝ ਕੇ ਚਿੱਤ ਵਿੱਚ ਪਛਤਾਵਾ ਕਰਦੇ ਐ ਕਿ ਗੁਰੂ ਜੀ ਦੀ ਆਗਿਆ ਸਾਨੂੰ ਮੰਨਣੀ ਚਾਹੀਦੀ ਸੀ। ਇਹ ਇਤਿਹਾਸ ਦਾ ਇੱਕ ਇਹੋ ਜਿਹਾ ਪੜਾਅ ਹੈ, ਸੱਚੇ ਪਾਤਸ਼ਾਹ ਜੀ ਨੇ ਦਿਖਾ ਦਿੱਤਾ ਕਿ ਖਾਲਸਾ ਜੀ ਕਦਾਚਿਤ ਵੀ ਇਹੋ ਜਿਹੇ ਮਨੁੱਖ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਜਿਹਦਾ ਅਕੀਦਾ ਹੀ ਰਾਜਨੀਤੀ ਹੋਵੇ, ਜਿਹਦਾ ਭਰੋਸਾ ਹੀ ਜਿਹੜਾ ਹੈ ਛੜਯੰਤਰ ਵਾਲੇ ਰਾਜ ਵਿੱਚ ਹੋਵੇ, ਤੇ ਕਿਸੇ ਤਰੀਕੇ ਨਾਲ ਉਹ ਤੁਹਾਨੂੰ ਆਪਣਾ ਧਰਮੀ ਚਿਹਰਾ ਦਿਖਾਵੇ, ਤੇ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਚਨਾਂ ਨੂੰ ਚੇਤੇ ਕਰਕੇ ਸਿੰਘ ਮਨ ਦੇ ਅੰਦਰ ਇਉਂ ਪਛਤਾਵਾ ਕਰਦੇ ਐ। ਅਬ ਕਿਆ ਹੋਏ ਛੋਰ ਗੱਡ ਧਾਏ, ਪਰ ਨਾਲ ਹੀ ਸੋਚਦੇ ਆ ਹੁਣ ਕੀ ਹੋ ਸਕਦਾ ਹੈ, ਕਿਲਾ ਤਾਂ ਛੱਡ ਕਰਕੇ ਆ ਗਏ ਆ, ਦੁਸ਼ਮਣ ਪਿੱਛੇ ਆ। ਲਰਬੋ ਸਨਮੁਖ ਹੀ ਬਨ ਆਏ, ਹੁਣ ਤਾਂ ਸਾਹਮਣੇ ਲੜ ਕੇ ਮਰਨਾ ਹੀ ਬਣ ਆਉਂਦਾ ਹੈ ਕਿ ਲੜ ਮਰੀਏ ਹੁਣ ਫੌਜ ਦੇ ਨਾਲ।
ਇਉਂ ਸਿੰਘਾਂ ਨੂੰ ਹੋਰ ਸਗੋਂ ਜੋਸ਼ ਚੜ ਗਿਆ। ਸ੍ਰੀ ਗੁਰ ਕਿਤਕ ਦੂਰ ਚੱਲ ਆਗੇ। ਅੱਗੇ ਸਤਿਗੁਰੂ ਜੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿੰਨੀ ਕੁ ਦੂਰ ਚਲੇ ਗਏ ਆ ਚੱਲਦੇ ਹੋਏ ਅੱਗੇ। ਖਰੇ ਅਜੀਤ ਸਿੰਘ ਰਿਸ ਜਾਗੇ। ਇਧਰ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਅੱਗਾ ਰੋਕ ਲਿਆ ਦੁਸ਼ਮਣ ਦਾ। ਵੀਰ ਰਸ ਜਾਗਿਆ ਗੁਰੂ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਦੇ ਅੰਦਰ। ਤੁਰਕਨ ਅਨੀ ਕੇ ਮੁਗਲ ਪਠਾਨਾ। ਤੁਰਕਾਂ ਦੀ ਬਹੁਤ ਵੱਡੀ ਇਹ ਸੈਨਾ ਹੈ ਜਿਹਦੇ ਵਿੱਚ ਮੁਗਲ ਪਠਾਨ ਕਈਆਂ ਜਾਤੀਆਂ ਦੇ ਇਹ ਸੂਰਮੇ ਹਨ। ਘਿਰੇ ਆਨ ਕਰ ਆਯੁੱਧ ਪਾਨਾ। ਇਹਨਾਂ ਨੇ ਬਹੁਤ ਵੱਡਾ ਆਪਣੇ ਆਪ 'ਚ ਘੇਰਾ ਪਾਇਆ। ਹੱਥਾਂ ਵਿੱਚ ਸ਼ਸਤਰ ਪਕੜ ਪਕੜ ਕੇ ਇਹ ਵਧੇ ਆ ਅੱਗੇ ਨੂੰ। ਛੁੱਟੇ ਤੜਾ ਭੜ ਤੁਪਕ ਤੜਾਕੇ। ਪਰ ਇਧਰੋਂ ਵੀ ਸਿੰਘਾਂ ਨੇ ਫਿਰ ਚੰਗਾ ਸਵਾਗਤ ਕੀਤਾ। ਤੜਪੜ ਕਰਦੀਆਂ ਗੋਲੀਆਂ ਜਿਹੜੀਆਂ ਇੱਕੋ ਵਾਰ ਛੁੱਟੀਆਂ ਹਨ ਬੰਦੂਕਾਂ 'ਚੋਂ। ਮਿਲੇ ਵੀਰ ਢਿੱਗ ਅਦਕ ਲੜਾਕੇ। ਬਹੁਤ ਜ਼ਿਆਦੇ ਲੜਾਕੂ ਜੁਝਾਰੂ ਸਿੰਘ ਸੂਰਮੇ ਉਹ ਵੀ ਨੇੜੇ ਹੋ ਕਰਕੇ ਤੇ ਸਮੇਂ ਲੜੇ ਐ। ਸ਼ਿਆਮ ਤਿਮਰ ਮਹਿ ਤੁਖੇ ਪਲੀਤੇ। ਰਾਤ ਬਹੁਤ ਜ਼ਿਆਦੀ ਹਨੇਰੀ ਹੈ ਪਲੀਤੇ ਧੁਖਦੇ ਹਨ। ਚਮਕੇ ਬਹੁ ਪ੍ਰਕਾਸ਼ ਕਉ ਕੀਤੇ। ਜਦੋਂ ਬੰਦੂਕਾਂ ਦੇ ਮੂੰਹ ਵਿੱਚੋਂ ਗੋਲੀ ਵਰਦੀ ਹੈ ਤੇ ਬਹੁਤ ਭਾਰੀ ਪ੍ਰਕਾਸ਼ ਹੁੰਦਾ ਜਿਵੇਂ ਅੱਗ ਹੀ ਉਗਲਦੀਆਂ ਹਨ ਬੰਦੂਕਾਂ। ਜਿਮ ਖਦਿਓਤਨ ਕੋ ਸਮਦਾਈ। ਜਿਵੇਂ ਬਹੁਤ ਜ਼ਿਆਦੇ ਖਦਿਓਤਨ ਜਿਹੜੇ ਟਟਹਿਣੇ ਹੁੰਦੇ ਆ। ਚਮਕਤ ਹੈ ਇਸ ਬਿਦ ਦਮਕਾਈ। ਇਸ ਜੋ ਜਿਵੇਂ ਉਹ ਚਮਕਦੇ ਆ ਨਾ ਰਾਤ ਨੂੰ ਇਸ ਤਰ੍ਹਾਂ ਜਿਹੜੇ ਆ ਉਹ ਸੁਲਗਦੇ ਹੋਏ ਤੋੜੇ ਚਮਕ ਰਹੇ ਆ। ਸ਼ਬਦ ਹੋਤ ਜਿਮ ਗਾਜਤ ਗਾਜ। ਤੇ ਆਵਾਜ਼ ਇਉਂ ਆਉਂਦੀ ਹੈ ਜਿਵੇਂ ਬਿਜਲੀ ਕੜਕਦੀ ਆ ਆਕਾਸ਼ ਵਿੱਚ। ਜਦੋਂ ਬੰਦੂਕ ਵਿੱਚੋਂ ਗੋਲੀ ਛੁੱਟਦੀ ਹੈ ਉਦੋਂ ਇਸ ਤਰ੍ਹਾਂ ਦੀ ਆਵਾਜ਼ ਪੈਦਾ ਹੁੰਦੀ ਜਿਵੇਂ ਗੜਗੜਾਹਟ ਹੁੰਦੀ ਹੈ ਆਕਾਸ਼ ਵਿੱਚ। ਸੈਲ ਟੋਲ ਪਰ ਭਟ ਤਰ ਸਾਜ। ਇਉਂ ਇੰਨੀ ਗਿਣਤੀ ਵਿੱਚ ਆ ਗਏ ਜਿਵੇਂ ਪਹਾੜ ਦੇ ਉੱਤੇ ਰੁੱਖਾਂ ਦਾ ਮਲਿਆਂ ਦਾ ਬ੍ਰਿਕਸ਼ਾਂ ਦਾ ਝੁੰਡ ਹੁੰਦਾ ਨਾ ਇਸ ਤਰ੍ਹਾਂ ਚੜ ਕੇ ਆ ਗਏ ਹਨ ਪਹਾੜੀਏ। ਦੂਰ ਦੂਰ ਲਗ ਸ਼ਬਦ ਸੁਨੰਤੇ। ਦੂਰ ਦੂਰ ਤੱਕ ਆਵਾਜ਼ ਜਿਹੜੀ ਹੈ ਗੋਲੀ ਦੀ ਉਹ ਸੁਣਾਈ ਦਿੰਦੀ ਹੈ। ਗੁਲਕਾ ਸ਼ੂਕਤ ਛੁਟੈ ਤੁਰੰਤੇ। ਤੇ ਜਿਹੜੀਆਂ ਗੋਲੀਆਂ ਛੂਕਦੀਆਂ ਹੋਈਆਂ ਬੜੀ ਛੇਤੀ ਨਾਲ ਬੜੀ ਕਾਹਲੀ ਨਾਲ ਛੁੱਟ ਰਹੀਆਂ ਨੇ। ਚਮੂ ਤੁਰਕ ਕੀ ਚੜ ਕਰ ਆਈ। ਇਹ ਤੁਰਕਾਂ ਦੀ ਸੈਨਾ ਬਹੁਤ ਜ਼ਿਆਦਾ ਚੜ ਕੇ ਆ ਗਈ ਪਿੱਛੋਂ। ਤਰਾਸੇ ਦੂਰ ਦੂਰ ਥਿਰਤਾਈ। ਤੇ ਗੋਲੀ ਚੱਲਦੀ ਆ ਅੱਗੇ ਤੇ ਡਰਦੇ ਨਾ ਲਾਗਾ ਨਹੀਂ ਫਿਰ ਸਿੰਘਾਂ ਦਾ ਕਰਦੇ ਨੇੜਾ ਨਹੀਂ ਕਰਦੇ। ਡਰੇ ਹੋਏ ਦੂਰ ਦੂਰ ਤੱਕ ਹੀ ਖਲੋ ਕੇ ਜਿਹੜੇ ਆ ਉਹ ਆਵਾਜ਼ਾਂ ਦਿੰਦੇ ਪਕੜ ਲਓ ਹੀ ਕਰਦੇ ਆ। ਨੇੜੇ ਕੋਈ ਵੀ ਨਹੀਂ ਆਉਂਦਾ। ਦੋਹਰਾ ਕੀਰਤਪੁਰ ਕੋ ਉਲੰਘ ਕੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕੀਰਤਪੁਰ ਸਾਹਿਬ ਨੂੰ ਮਹਾਰਾਜ ਸਾਹਿਬ ਜੀ ਲੰਘ ਕਰਕੇ ਪੁਨ ਆਏ ਨਿਰਮੋਹ। ਫਿਰ ਜਿਹੜੀ ਨਿਰਮੋਹਗੜ੍ਹ ਵਾਲੀ ਪਹਾੜੀ ਹੈ ਸੱਚੇ ਪਾਤਸ਼ਾਹ ਉਸ ਦੇ ਨਜ਼ਦੀਕ ਆਏ ਹੈ ਕਿਉਂਕਿ ਇਸ ਪਹਾੜੀ ਤੇ ਵੀ ਸਤਿਗੁਰਾਂ ਜੀ ਦਾ ਪਵਿੱਤਰ ਸਥਾਨ ਹੈ। ਉਹ ਪਹਿਲੋਂ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਗਰੀਬ ਨਵਾਜ ਨੇ ਕੰਘਾ ਕਰਦਿਆਂ ਦਮਾਲਾ ਸਜਾ ਕਰਕੇ ਜਦੋਂ ਮਹਾਰਾਜ ਦੀ ਦਸਤਾਰ ਚਿਣਦਾ ਸੀ ਸਿੰਘ ਸਾਹਮਣੇ ਖਲੋਤਾ ਤੇ ਇਹਨਾਂ ਦਗਾਬਾਜ਼ਾਂ ਨੇ ਉਦੋਂ ਵੀ ਦੂਰਬਨ ਰਾਹੀਂ ਵੇਖ ਕੇ ਤੇ ਗੋਲਾ ਮਹਾਰਾਜ ਤੇ ਮਾਰਿਆ ਸੀ ਪਰ ਉਹ ਸਿੰਘ ਦੇ ਆ ਕੇ ਵੱਜਾ ਤੇ ਹਜੂਰ ਦੇ ਸਾਹਮਣੇ ਉਹ ਸ਼ਹੀਦ ਹੋ ਗਿਆ। ਦੂਸਰਾ ਗੋਲਾ ਦਾਗਣ ਲੱਗੇ ਸੀ ਸੱਚੇ ਪਾਤਸ਼ਾਹ ਨੇ ਉੱਥੇ ਹੀ ਪਲੰਗੇ ਤੇ ਵੀਰ ਆਸਣ ਲਾ ਕੇ ਤੀਰ ਮਾਰਿਆ ਤੇ ਜਿਹੜਾ ਉਹ ਸਰਹੰਦ ਦੇ ਸੂਬੇ ਦਾ ਤੋਪਚੀ ਸੀ ਨਾ ਉਹਦੇ ਭਰਵੱਟਿਆਂ ਦੇ ਵਿੱਚ ਦੀ ਮੱਥੇ ਤੋਂ ਚੀਰ ਦਾ ਤੀਰ ਪਾਰ ਹੋ ਗਿਆ ਸੀ। ਅਜੇ ਦੂਜਾ ਗੋਲਾ ਤਾਂ ਫਿਰ ਵਿੱਚੇ ਹੀ ਰਹਿ ਗਿਆ। ਤੇ ਵੇਖਿਆ ਜਦੋਂ ਉਹਨਾਂ ਨੇ ਵੱਜਿਆ ਹੋਇਆ ਤੀਰ ਜਿਹੜਾ ਦੂਸਰਾ ਤੋਪਚੀ ਸੀਗਾ ਸੱਚੇ ਪਾਤਸ਼ਾਹ ਨਾਲ ਹੀ ਦੂਜਾ ਤੀਰ ਵੀ ਮਾਰਿਆ ਉਹਦੀ ਵੀ ਛਾਤੀ ਪਾੜ ਕੇ ਤੀਰ ਪਾਰ ਲੰਘ ਗਿਆ ਤੇ ਤੋਪ ਉੱਥੇ ਹੀ ਰਹਿ ਗਈ। ਸਭ ਡਰਦੇ ਭੱਜ ਗਏ। ਤੋਪ ਖਾਲੀ ਛੱਡ ਕੇ ਹੀ ਨੱਠ ਗਏ ਕਿ ਕਿਸੇ ਤੀਸਰਾ ਤੀਰ ਵੀ ਨਾ ਆਉਂਦਾ ਹੋਵੇ। ਇਹ ਉਹ ਪਹਾੜੀ ਹੈ ਨਿਰਮੋਹਗੜ੍ਹ ਦੀ ਪਹਾੜੀ। ਸੱਚੇ ਪਾਤਸ਼ਾਹ ਉਹਦੇ ਨਜ਼ਦੀਕ ਤੱਕ ਪਹੁੰਚ ਗਏ ਹਨ। ਮੁਗਲ ਪਠਾਨਨ ਆਏ ਕਹਿ ਲਰੇ। ਤੇ ਮੁਗਲ ਪਠਾਨ ਪਿੱਛੋਂ ਆ ਕਰਕੇ ਬਹੁਤ ਭਾਰੀ ਹਮਲਾ ਕਰਕੇ ਲੜੇ ਆ। ਲਖਿਓ ਤਬ ਧਰੋਹ। ਤੇ ਸਤਿਗੁਰੂ ਜੀ ਨੇ ਵੀ ਉੱਥੇ ਤੇ ਸਮੇਂ ਲਖਿਆ ਜਾਣ ਲਿਆ ਇਹਨਾਂ ਦਾ ਧਰੋ ਇਹਨਾਂ ਦਾ ਛਾਲ। ਰਾਏ ਗੁਲਾਬ ਰੋ ਸ਼ਿਆਮ ਸਿੰਘ ਪਿਖ। ਸੱਚੇ ਪਾਤਸ਼ਾਹ ਜੀ ਨੇ ਜਿਹੜਾ ਰਾਏ ਗੁਲਾਬ ਸਿੰਘ ਤੇ ਸ਼ਿਆਮ ਸਿੰਘ ਨੂੰ
ਆਪਣੇ ਕੋਲ ਵੇਖ ਕਰਕੇ ਇਹ ਸੋਢੀ ਹੋਏ ਮਹਾਰਾਜ ਦੀ ਵੰਸ਼ ਵਿੱਚੋਂ। ਲਿਖ ਪੱਤਰਾ ਦੀਨ, ਇਹਨਾਂ ਨੂੰ ਸਤਿਗੁਰਾਂ ਜੀ ਨੇ ਪੱਤਰਕਾ ਇੱਕ ਲਿਖ ਕੇ ਦੇਣਾ ਕੀਤੀ। ਇਹਨਾਂ ਜਾਚਨਾ ਕੀਤੀ ਮਹਾਰਾਜ ਸਾਨੂੰ ਕੀ ਆਗਿਆ ਹੈ, ਤੇ ਸਤਿਗੁਰਾਂ ਜੀ ਨੇ ਆਪਣੇ ਕਰ ਕਮਲਾਂ ਨਾਲ ਇੱਕ ਪੱਤਰ ਲਿਖ ਕੇ ਗਰੀਬ ਨਵਾਜ ਨੇ ਦਿੱਤਾ। ਜਾਹੋ ਰਾਜ ਸਿਰਮੌਰ ਕੇ, ਮਹਾਰਾਜ ਕਹਿੰਦੇ ਜਿਹੜਾ ਸਿਰਮੌਰ ਦਾ ਰਾਜ ਹੈ ਉੱਥੇ ਤੁਸੀਂ ਚਲੇ ਜਾਓ। ਇਉਂ ਸਤਿਗੁਰਾਂ ਜੀ ਨੇ ਆਗਿਆ ਕੀਤੀ। ਜਿੱਥੇ ਨਾਹਣ ਦਾ ਰਾਜ ਹੈ, ਮੇਦਨੀ ਪ੍ਰਕਾਸ਼ ਰਾਜ ਹੈ ਜਿੱਥੋਂ ਦਾ। ਮਿਲਹੁ ਭੂਪ ਤਬ ਚੀਨ, ਮਹਾਰਾਜ ਕਹਿੰਦੇ ਪਹਿਚਾਣ ਕੇ ਰਾਜੇ ਨੂੰ ਜਾ ਕਰਕੇ ਮਿਲੋ। ਤੁਰਕਨ ਸੰਗ ਵਿਰੋਧ ਹਮ, ਮਹਾਰਾਜ ਕਹਿੰਦੇ ਤੁਰਕਾਂ ਦੇ ਨਾਲ ਜਿਹੜਾ ਸਾਡਾ ਵਿਰੋਧ ਹੈ ਇਹ ਭੇਜੇ ਤੁਮ ਪਾਸ। ਲਿਖ ਦਿੱਤਾ ਸੀ ਉੱਤੇ ਕਿ ਤੁਰਕਾਂ ਨਾਲ ਭਾਰੀ ਯੁੱਧ ਹੋਣੇ ਕਰਕੇ ਰਾਜਾ ਮੇਦਨੀ ਪ੍ਰਕਾਸ਼ ਇਹ ਅਸੀਂ ਤੇਰੇ ਪਾਸ ਭੇਜੇ ਹਨ। ਦੇਹੁ ਗ੍ਰਾਮ ਸੇਵਹੁ ਇਨਹੋ, ਇਹਨਾਂ ਦੀ ਸੇਵਾ ਕਰੀ ਭਾਵਨਾ ਨਾਲ ਤੇ ਨਗਰ ਦੇਵੀ ਰਹਿਣ ਵਾਸਤੇ। ਬਾਸਹਿ ਕਰਹਿ ਆਵਾਸ, ਤੇ ਵਸ ਕਰਕੇ ਇੱਥੇ ਆਪਣਾ ਟਿਕਾਣਾ ਘਰ ਕਰ ਲੈਣਗੇ। ਲਈ ਲਿਖਤ ਨ੍ਰਿਪ ਢਿਗ ਗਏ, ਮਹਾਰਾਜ ਦੀ ਲਿਖਤ ਲੈ ਕਰਕੇ ਇਉਂ ਰਾਜੇ ਦੇ ਪਾਸ ਚਲੇ ਗਏ। ਗੁਰ ਕੋ ਲਿਖਿਓ ਪਛਾਨ, ਗੁਰੂ ਜੀ ਦਾ ਲਿਖਿਆ ਰਾਜੇ ਮੇਦਨੀ ਪ੍ਰਕਾਸ਼ ਨੇ ਪਹਿਚਾਨ ਕਰਕੇ। ਗ੍ਰਾਮ ਦਿਓ ਗਿਰਵੀ ਤਬੈ, ਇਹ ਗਿਰਵੀ ਨਾਮ ਹੈ ਨਗਰ ਦਾ, ਉਹ ਨਗਰ ਜਿਹੜਾ ਸੀ ਦੇਣਾ ਕੀਤਾ। ਬਸੇ ਤਿਸੀ ਇਸ ਥਾਨ, ਤੇ ਇਸੇ ਥਾਂ ਤੇ ਹੀ ਫਿਰ ਭਾਈ ਗੁਲਾਬ ਸਿੰਘ ਤੇ ਸ਼ਿਆਮ ਸਿੰਘ ਜਿਹੜੇ ਸੀ ਵਸੇ ਸਨ। ਨਰਾਜ ਛੰਦ ਗੁਰੂ ਗੋਬਿੰਦ ਸਿੰਘ ਜੀ ਖਰੇ ਕਛੂਕ ਹੋਏ ਕੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਕੁਝ ਕੁ ਮਹਾਰਾਜ ਨੇ ਖੜੇ ਹੋ ਕਰਕੇ ਲਰੇ ਪਿਛਾਰ ਆਨ ਕੈ ਸੁਨੰਤ ਨਾਦ ਜੋਏ ਕੈ। ਮਹਾਰਾਜ ਨੇ ਵੀ ਆਵਾਜ਼ ਸੁਣੀ ਜਦੋਂ ਪਿੱਛੇ ਆ ਕਰਕੇ, ਜਦੋਂ ਇਹਨਾਂ ਪਹਾੜੀਆਂ ਨੇ ਤੁਰਕਾਂ ਦੀ ਸੈਨਾ ਨੇ ਯੁੱਧ ਕੀਤਾ ਤੇ ਉਹ ਆਵਾਜ਼ ਜਿਹੜੀ ਹੈ ਬਹੁਤ ਦੂਰ ਤੱਕ ਸੁਣਾਈ ਦਿੰਦੀ ਹੈ। ਮਹਾਰਾਜ ਸਾਹਿਬ ਜੀ ਦੇ ਵੀ ਕੰਨਾਂ ਵਿੱਚ ਇਹ ਗੋਲੀਆਂ ਦੇ ਚੱਲਣ ਦੀ ਆਵਾਜ਼ ਪਈ ਹੈ। ਮਨਿੰਦ ਟੀਡ ਬ੍ਰਿੰਦ ਕੇ ਬਿਲੰਦ ਸ਼ੋਰ ਘਾਲਿਓ, ਬਹੁਤ ਜ਼ਿਆਦਾ ਸ਼ੋਰ ਉੱਠ ਰਿਹਾ ਹੈ, ਜਿਵੇਂ ਟਿੱਡੀ ਦਲ ਕੋਈ ਚੜ ਕੇ ਪੈ ਜਾਂਦਾ ਹੈ, ਇਸ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਤੁਫੰਗ ਛੋਰ ਛੋਰ ਕੈ ਅਗਾਊ ਪਾਉ ਡਾਲਿਓ, ਤੇ ਗੋਲੀਆਂ ਬੰਦੂਕਾਂ ਵਿੱਚੋਂ ਛੱਡ ਕੇ ਸਿੰਘਾਂ ਨੇ ਪੈਰ ਆਪਣੇ ਸਗੋਂ ਅਗਾਂਹ ਨੂੰ ਪਾਏ ਐ। ਸੁਨੰਤ ਨਾਦ ਜਾਣ ਕੈ ਤੁਖੇ ਪਲੀਤ ਹੇਰ ਕੈ, ਪਲੀਤੇ ਧੁਖਦੇ ਦਿਸਦੇ ਐ, ਆਵਾਜ਼ਾਂ ਆਉਂਦੀਆਂ ਗੋਲੀਆਂ ਦੀਆਂ ਸੁਣਦੀਆਂ ਹਨ ਇਹ ਜਾਣ ਕਰਕੇ। ਕਰੰਤ ਸੂਦ ਤਾਹੇ ਔਰ ਗੋਰ ਛੋਰ ਟੇਰ ਕੈ, ਸੱਚੇ ਪਾਤਸ਼ਾਹ ਜੀ ਨੇ ਜਥੇ ਵਿੱਚੋਂ ਜਿਹੜਾ 500 ਦਾ ਇਹ ਮਹਾਰਾਜ ਜੀ ਦੇ ਕੋਲ ਜਥਾ ਹੈ ਸਿੰਘਾਂ ਦਾ, ਮਹਾਰਾਜ ਨੇ ਬੁਲਾ ਕਰਕੇ ਕੁਝ ਕੁ ਸਿੰਘਾਂ ਨੂੰ ਤੇ ਸਮੇਂ ਉਧਰ ਨੂੰ ਭੇਜਣਾ ਕੀਤਾ ਏ। ਅਜੀਤ ਸਿੰਘ ਪਾਏ ਰੂਪ ਠਾਂਡ ਗਾਂਡ ਹੋਇਓ, ਤਾਂ ਗਾਢੋ ਹੋਇਓ। ਇਸ ਤਰ੍ਹਾਂ ਬਾਬਾ ਅਜੀਤ ਸਿੰਘ ਸਾਹਿਬ ਜੀ ਪੈਰ ਜਮਾ ਕਰਕੇ ਬੜੀ ਪਕਿਆਈ ਦੇ ਨਾਲ ਉਸ ਮੋਰਚੇ ਵਿੱਚ ਅੜ ਪਏ ਐ। ਰੁਖੇ ਸੁਲਛ ਸੂਰਮੇ ਮਨੋ ਕਪਾਟ ਜੋਇਓ, ਇਸ ਪ੍ਰਕਾਰ ਬਾਬਾ ਅਜੀਤ ਸਿੰਘ ਸਾਹਿਬ ਨੇ ਇਉਂ ਸਾਰੀ ਤੁਰਕ ਸੈਨਾ ਦਾ ਤੇ ਪਹਾੜੀਆਂ ਦਾ ਅੱਗਾ ਰੋਕ ਦਿੱਤਾ ਹੈ, ਜਾਣੋ ਕਿ ਉਹਨਾਂ ਦੇ ਅੱਗੇ ਕਪਾਟ ਹੀ ਜੜ ਦਿੱਤੇ ਐ, ਦਰਵਾਜ਼ੇ ਹੀ ਜੜ ਦਿੱਤੇ ਐ, ਅੱਗਾ ਵਧਣ ਹੀ ਕਿਸੇ ਨੂੰ ਨਹੀਂ ਦਿੱਤਾ। ਇਸ ਤਰ੍ਹਾਂ ਸੂਰਬੀਰਤਾ ਨਾਲ ਲੜੇ ਹਨ। ਕਿਦੋ ਪ੍ਰਵਾਹ ਨੀਰ ਕੋ ਪਹਾੜ ਹੋਏ ਰੋਕਿਓ, ਜਾਂ ਕਵੀਰਾਜ ਕਹਿੰਦੇ ਕਿ ਬੜਾ ਹੜ੍ਹ ਦੇ ਜਲ ਦਾ ਹੀ ਬੜਾ ਵੇਗ ਹੋਵੇ, ਇਸ ਤਰ੍ਹਾਂ ਹੜ੍ਹ ਦੇ ਜਲ ਦੇ ਵੇਗ ਦੀ ਤਰ੍ਹਾਂ ਤੇ ਤੁਰਕਾਂ ਤੇ ਪਹਾੜੀਆਂ ਦੀ ਸੈਨਾ ਪਿੱਛੋਂ ਆਈ ਤੇ ਪਰਬਤ ਨਾਲ ਟਕਰਾ ਕੇ ਜਿਵੇਂ ਮੁੜਦਾ ਨਾ ਫਿਰ ਹੜ੍ਹ ਦਾ ਜਲ, ਇਵੇਂ ਪਰਬਤ ਦੀ ਤਰ੍ਹਾਂ ਬਾਬਾ ਅਜੀਤ ਸਿੰਘ ਸਾਹਿਬ ਨੇ ਅੱਗੇ ਹੋ ਕਰਕੇ ਰੋਕਿਆ ਪਹਾੜੀ ਤੇ ਤੁਰਕਾਂ ਦੀ ਸੈਨਾ ਨੂੰ। ਤੇ ਫਿਰ ਮੂੰਹ ਦੀ ਖਾ ਕੇ ਪਿੱਛੇ ਨੂੰ ਹਾਏ ਹਾਏ ਕਰਦੇ ਐ। ਅੰਧਾ ਧੁੰਦ ਦੀ ਗੋਲੀ ਚੱਲਦੀ ਐ, ਅੰਧਾ ਧੁੰਦ ਦੀ ਤੀਰ ਚੱਲ ਰਹੇ ਐ। ਰਾਤ ਦੇ ਹਨੇਰੇ ਵਿੱਚ ਸਿੰਘ ਨਿਸ਼ਾਨਾ ਤਾਂ ਕੀ ਫਿਰ ਵੇਖਣਾ, ਪਰ ਜਿੱਥੋਂ ਆਵਾਜ਼ ਆਉਂਦੀ ਉੱਥੇ ਮੂੰਹ 'ਚ ਹੀ ਤੀਰ ਗੱਡਦੇ ਐ, ਕਿਉਂਕਿ ਇਹ ਸ਼ਬਦ ਭੇਦੀ ਬਾਣ ਦੀ ਵਿੱਦਿਆ ਹੁੰਦੀ ਐ। ਇਹ ਸੱਚੇ ਪਾਤਸ਼ਾਹ ਨੇ ਇਹੋ ਜੀ ਵਿੱਦਿਆ ਬਖਸ਼ੀ ਆਪਣੇ ਖਾਲਸੇ ਨੂੰ ਕਿ ਜਿੱਥੋਂ ਆਵਾਜ਼ ਨਿਕਲਦੀ ਉੱਥੇ ਹੀ ਜਾ ਕੇ ਤੀਰ ਠੁਕਦੇ ਐ, ਮੂੰਹ ਪਾੜ ਪਾੜ ਕੇ ਪਾਰ ਹੁੰਦੇ ਐ। ਵਿਸਾਲ ਜੰਗ ਮੰਡ ਕੈ ਖਰੇ ਕਰੇ ਬਿਲੋਕਿਓ, ਤੇ ਬਹੁਤ ਭਾਰੀ ਜੰਗ ਪਾ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਖੜੀ ਕਰ ਦਿੱਤੀ ਸਾਰੀ ਤੁਰਕਾਂ ਤੇ ਪਹਾੜੀਆਂ ਦੀ ਸੈਨਾ। ਇਉਂ ਮਹਾਰਾਜ ਜੀ ਨੇ ਵੀ ਪਿੱਛੇ ਖਲੋ ਕੇ ਵੇਖਣਾ ਕੀਤਾ। ਸਮੂਹ ਹੂਹ ਦੇਤ ਹੈ ਨਾ ਖੇਤ ਸਿੰਘ ਛੋਰਿਓ, ਸਾਰਿਆਂ ਨੂੰ ਹੱਲਾ ਸ਼ੇਰੀ ਦਿੰਦੇ ਐ
ਕਿਸੇ ਵੀ ਸਿੰਘ ਨੇ ਮੈਦਾਨੇ ਜੰਗ ਨੂੰ ਨਹੀਂ ਛੱਡਿਆ, ਪਿੱਛੇ ਨੂੰ ਨਹੀਂ ਪਰਤੇ, ਉੱਥੇ ਹੀ ਸਿੰਘ ਅੜ ਪਏ ਐ। ਸੜਾਸੜੀ ਤਤਾਰ ਚੇ ਪ੍ਰਵਾਹ ਬ੍ਰਿੰਦ ਮੋਰਿਓ। ਬਹੁਤ ਜ਼ਿਆਦਾ ਪ੍ਰਵਾਹ ਸੀ ਜਿਹੜਾ ਸੈਨਾ ਦਾ, ਉਹ ਫਿਰ ਸੜੀ ਗੋਲੀਆਂ ਦੀ ਤਤਾਰ 'ਚ ਤੜ ਤੜ ਕਰਦੇ ਤੀਰ ਚੱਲਦੇ ਆ, ਸੜ ਕਰਦੀਆਂ ਗੋਲੀਆਂ ਚੱਲਦੀਆਂ ਤੇ ਮੂੰਹ ਭਵਾਨਤੇ ਹੈ ਸੈਨਾ ਦੇ। ਸਮਾਨ ਸਰਪ ਫੂੰਕਤੇ ਸਰੀਰ ਫੋਰ ਪਾਰ ਹਵੈ। ਸੱਪਾਂ ਦੇ ਸਮਾਨ ਛੂੰਕਦੇ ਹੋਏ ਬਾਬਾ ਅਜੀਤ ਸਿੰਘ ਸਾਹਿਬ ਦੇ ਤੀਰ ਚੱਲਦੇ ਐ ਤੇ ਪਾੜਦੇ ਜਿਹੜੇ ਸ਼ਰੀਰਾਂ ਨੂੰ ਪਾੜ ਕੇ ਪਾਰ ਹੁੰਦੇ ਐ। ਲੱਗੇ ਨਾ ਫੇਰ ਜੀਵ ਤੇ ਗਿਰੰਤ ਤੁੰਡ ਭਾਰ ਹਵੈ। ਤੇ ਮੂੰਹ ਭਾਰ ਹੋ ਕਰਕੇ ਡਿੱਗਦੇ ਐ, ਲੱਗਦਾ ਜਿਵੇਂ ਕਦੇ ਜਿਉਂਦੇ ਹੀ ਨਹੀਂ ਸੀਗੇ, ਇਉਂ ਘੋੜਿਆਂ ਸਮੇਤ ਹੀ ਡਿੱਗ ਪੈਂਦੇ ਐ। ਤਰਫੰਤ ਹੋ ਹੰਕਾਰ ਤੇ ਪੁਕਾਰ ਤੇ ਬਿਹਾਲ ਕੋ। ਤੇ ਤੜਫਦੇ ਹੈ ਧਰਤੀ ਤੇ ਡਿੱਗੇ ਹੋਏ, ਬੇਹਾਲ ਹੋਏ ਪੁਕਾਰਦੇ ਐ। ਦ੍ਰਿੜੰਤ ਕੋ ਤੁਰੰਗ ਤੇ ਬ੍ਰਿੜੰਤ ਪਾਏ ਕਾਲ ਕੋ। ਤੇ ਇਸ ਪ੍ਰਕਾਰ ਘੋੜਿਆਂ ਦੇ ਦੜਨ ਨਾਲ ਕਈ ਮਾਰੇ ਜਾਂਦੇ ਐ ਤੇ ਕਈ ਇਸ ਪ੍ਰਕਾਰ ਡਿੱਗੇ ਹੋਏ ਉੱਠੀ ਪਾਉਂਦੇ ਨਹੀਂ ਹਨ। ਗੁਰੂ ਸੋਨੰਦ ਸੂਰਮਾ ਹਠੀਲ ਜੰਗ ਖੇਤ ਕੋ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ ਜੋ ਮੈਦਾਨੇ ਜੰਗ ਦੇ ਅੰਦਰ ਹਠੀਲੇ ਸੂਰਮੇ ਹਨ। ਅਜੀਤ ਸਿੰਘ ਨਾਮ ਕੀ ਸੋ ਲਾਜ ਰਾਖ ਜੇਤ ਕੋ। ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਰੱਖੇ ਹੋਏ ਨਾਮ ਦੀ ਲਾਜ ਰੱਖਦੇ ਐ, ਕਿਉਂਕਿ ਨਾਮ ਵੀ ਸਤਿਗੁਰਾਂ ਜੀ ਨੇ ਆਪ ਹੀ ਰੱਖਿਆ ਸੀ। ਭੰਗਾਣੀ ਦਾ ਯੁੱਧ ਫਤਿਹ ਹੋਇਆ ਸੀ, ਹਜੂਰ ਦੇ ਕੋਲ ਖਬਰ ਆਈ ਮਹਾਰਾਜ ਘਰ ਵਿੱਚ ਸਾਹਿਬਜ਼ਾਦੇ ਦਾ ਜਨਮ ਹੋਇਆ। ਮਹਾਰਾਜ ਕਹਿੰਦੇ ਅਜੀਤ ਸਿੰਘ ਨਾਮ ਰੱਖਾਂਗੇ। ਇਉਂ ਸੱਚੇ ਪਾਤਸ਼ਾਹ ਜੀ ਨੇ ਨਾਮ ਆਪ ਰੱਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਤੇ ਰੱਖੇ ਹੋਏ ਨਾਮ ਦੀ ਲਾਜ ਬਾਬਾ ਅਜੀਤ ਸਿੰਘ ਸਾਹਿਬ ਜੀ ਪਾਲਦੇ ਐ, ਜਿਨ੍ਹਾਂ ਨੂੰ ਕੋਈ ਜਿੱਤ ਨਹੀਂ ਸਕਦਾ, ਕਿਉਂਕਿ ਜਿਹੜਾ ਜਿੱਤਿਆ ਜਾਵੇ ਉਹ ਅਜੀਤ ਨਹੀਂ ਹੋ ਸਕਦਾ। ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਨਾਮ ਹੀ ਸੱਚੇ ਪਾਤਸ਼ਾਹ ਨੇ ਆਪ ਰੱਖਿਆ ਕਿ ਅਜੀਤ ਹੈ, ਜਿੱਤਿਆ ਜਾ ਹੀ ਨਹੀਂ ਸਕਦਾ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਨਾਮ ਬਖਸ਼ਿਆ ਉੱਥੇ ਵੱਡੀਆਂ ਸਤਿਗੁਰਾਂ ਨੇ ਬਖਸ਼ੀਆਂ ਵੀ ਬਖਸ਼ੀਆਂ ਹੋਈਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਨਾਮ ਦੀ ਲਾਜ ਰੱਖੇ ਦੀ ਪਾਲਦੇ ਹਨ। ਵਹੀਰ ਦੂਰ ਜਾਏ ਕੈ ਪਹੁੰਚਿਓ ਸੰਭਾਰ ਕੈ। ਜਿਹੜਾ ਵਹੀਰ ਸੀ ਅੱਗੇ, ਜਿਹਦੇ ਵਿੱਚ ਬੀਬੀਆਂ ਬੱਚੇ ਬਜ਼ੁਰਗ ਹਨ, ਉਹ ਦੂਰ ਪਹੁੰਚ ਗਏ, ਅੱਗਾ ਜਾ ਕੇ ਉਹਨਾਂ ਨੇ ਸੰਭਾਲਿਆ ਏ। ਰਿਪੂਨ ਕੀ ਨਾ ਆਂਚ ਲਾਗ ਛੇਮ ਤੇ ਪਧਾਰ ਕੈ। ਇਸ ਪ੍ਰਕਾਰ ਸੁਖ ਦੇ ਨਾਲ ਉੱਥੋਂ ਤੱਕ ਆਏ ਐ, ਦੁਸ਼ਮਣਾਂ ਦੀ ਆਂਚ ਨਹੀਂ ਲੱਗਣ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਸਨੇ ਸਨੇ ਪਿਆਨ ਕੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹੌਲੀ ਹੌਲੀ ਚੱਲ ਕਰਕੇ ਸੁਨੰਤ ਨਾਦ ਜੰਗ ਕੋ ਤੁਫੰਗ ਕੇ ਮਹਾਨ ਕੈ। ਮਹਾਰਾਜ ਜੀ ਵੀ ਸੁਣਦੇ ਐ, ਬੰਦੂਕਾਂ ਦੀਆਂ ਉੱਚੀ ਉੱਚੀ ਜਿਹੜੀਆਂ ਗੋਲੀਆਂ ਚੱਲਦੀਆਂ ਦੀ ਆਵਾਜ਼ ਆਉਂਦੀ ਐ। ਲਰੈ ਸੋ ਕੌਣ ਬੂਝਿਓ ਸਮੂਹ ਕੇ ਸੰਭਾਰ ਲੈ। ਸੱਚੇ ਪਾਤਸ਼ਾਹ ਜੀ ਨੇ ਫਿਰ ਪੁੱਛਿਆ ਹੈ ਸਾਰਿਆਂ ਦੀ ਸੰਭਾਲ ਕਰਕੇ ਕਿ ਅੱਗੇ ਕੌਣ ਲੜ ਰਿਹਾ ਏ। ਬਿਲੰਦ ਵੀਰ ਕੌਣ ਹੈ ਬਿਲੋਕ ਰੋਕ ਸਾਰ ਲੈ। ਮਹਾਰਾਜ ਕਹਿੰਦੇ ਕਿਹੜਾ ਭਾਈ ਐਸਾ ਬਲੀ ਸੂਰਮਾ ਜਿਹਨੇ ਸਾਰੀ ਸੈਨਾ ਦਾ ਹੀ ਅੱਗਾ ਰੋਕ ਲਿਆ ਹੈ। ਇਉਂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਏ। ਸੋਰਠਾ ਟਿੱਬੀ ਸ਼ਿਆਮ ਸਥਾਨ ਠਾਂਡੇ। ਜਿਹੜੀ ਕਾਲੀ ਟਿੱਬੀ ਆ ਉਸ ਅਸਥਾਨ ਤੇ ਸੱਚੇ ਪਾਤਸ਼ਾਹ ਜੀ ਖਲੋ ਗਏ। ਭਏ ਵਿਚਾਰ ਕੈ। ਮਹਾਰਾਜ ਇਹ ਵਿਚਾਰ ਕਰਕੇ ਸੰਗ ਨਾ ਪੁੱਤਰ ਮਹਾਨ। ਸੱਚੇ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ ਨਾਲ ਨਹੀਂ। ਮਹਾਰਾਜ ਨੇ ਪਹਿਲੋਂ ਪੁੱਛਿਆ ਕੌਣ ਲੜ ਰਿਹਾ ਹੈ, ਫਿਰ ਮਹਾਰਾਜ ਨੇ ਚਫੇਰਾ ਵੇਖਿਆ ਕਿ ਸਾਡਾ ਵੱਡਾ ਸਾਹਿਬਜ਼ਾਦਾ ਨਾਲ ਨਹੀਂ ਹੈ। ਸੰਗ ਨਾ ਪੁੱਤਰ ਮਹਾਨ ਜਾਣਿਓ। ਮਹਾਰਾਜ ਨੇ ਇਉਂ ਜਾਣਿਆ ਕਿ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਨਾਲ ਨਹੀਂ ਹਨ। ਤਿਨ ਰਣ ਘਾਲਿਓ। ਦੋ ਪੰਕਤੀਆਂ ਪੜੋ, ਹਾਂਜੀ ਇਹ ਸੋਠਾ ਜਿਹਾ ਫਿਰ ਪੜੋ। ਸੰਗ ਨਾ ਪੁੱਤਰ ਮਹਾਨ ਜਾਣਿਓ। ਇਉਂ ਜਾਣਿਆ ਕਿ ਵੱਡਾ ਪੁੱਤਰ ਨਾਲ ਨਹੀਂ ਹੈ। ਤਿਨ ਰਣ ਘਾਲਿਓ। ਤੇ ਉਹਨਾਂ ਨੇ ਉੱਥੇ ਜੰਗ ਜਿਹੜਾ ਘਾਲਿਆ ਪਾਇਆ ਹੋਇਆ ਏ। ਰਸਾਵਲ ਛੰਦ ਬਡੋ ਜੰਗ ਨਾਦੰ। ਦੋ ਪੰਕਤੀਆਂ। ਬਡੋ ਜੰਗ ਨਾਦੰ ਸੁਨਿਓ ਵੀਰ ਬਾਦੰ। ਇਉਂ ਵੱਡੋ ਜੰਗ ਨਾਦੰ, ਵੱਡਾ ਜੰਗ ਦਾ ਜਿਹੜੀ ਹੈ ਆਵਾਜ਼ ਤੇ ਸੂਰਬੀਰਾਂ ਦੇ ਭਿੜਨ ਦੀ ਉਹ ਸੁਣੀ ਹੈ। ਖਰੇ ਆਪ ਹੋਏ ਢਿਗੈ ਸਿੰਘ ਜੋਏ। ਤੇ ਕੋਲ ਸਿੰਘ ਖਲੋਤੇ ਹੋਏ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਘੋੜੇ ਦੀਆਂ ਵਾਗਾਂ ਖਿੱਚ ਲੀਆਂ, ਹਜੂਰ ਖਲੋ ਗਏ ਐ। ਰਖੇ ਰੋਕ ਬੀਰੰ ਧਰੀ ਪੁੱਤਰ ਧੀਰੰ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਸਾਡੇ ਪੁੱਤਰ ਨੇ ਏਡੀ ਧੀਰਜ ਧਾਰੀ ਹੈ,
ਅਗਲੇ ਸਾਰੇ ਦੁਸ਼ਮਣ ਜਿਹੜੇ ਆ ਉਹ ਰੋਕ ਦਿੱਤੇ ਆ। ਸਹਾਈ ਸਿਧਾਵੋ ਚਲੇ ਮੇਲ ਆਵੋ। ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ, ਭਾਈ ਕੋਈ ਸਿੰਘ ਹੁਣ ਜਾਵੋ ਤੇ ਸਹਾਈ ਹੋ ਕਰਕੇ ਨਾਲ ਮਿਲਾ ਕਰਕੇ ਸਾਹਿਬਜ਼ਾਦੇ ਨੂੰ ਲੈ ਆਵੋ। ਉਦੈ ਸਿੰਘ ਜੋਧਾ ਚਲਿਓ ਧਾਰ ਕ੍ਰੋਧਾ। ਭਾਈ ਉਦੈ ਸਿੰਘ ਸਾਹਿਬ ਜੀ ਮਹਾਬਲੀ ਸੂਰਮੇ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਆਗਿਆ ਕੀਤੀ ਤੇ ਬੜੇ ਰੋਹ ਵਿੱਚ ਮਹਾਰਾਜ ਦੇ ਸਾਹਮਣੇ ਆ ਕੇ ਆਗਿਆ ਮੰਗਣ ਲੱਗੇ। ਕਰੋ ਮੋਹ ਆਗਿਆ ਜਹਾਂ ਜੁਧ ਜਾਗਿਆ। ਮਹਾਰਾਜ ਜਿੱਥੇ ਮਹਾਨ ਯੁੱਧ ਪਿਆ ਹੋਇਆ ਹੈ, ਹਜੂਰ ਮੈਨੂੰ ਆਗਿਆ ਕਰੋ ਜਾਣ ਦੀ। ਪਹੁੰਚੋ ਸੋ ਜਾਈ ਬਿਨਿਜੈ ਸਹਾਈ। ਮਹਾਰਾਜ ਮੈਂ ਪਹੁੰਚਾਂ ਉੱਥੇ ਤੇ ਸਹਾਈ ਹੋਵਾਂ ਮਹਾਰਾਜ ਸੱਚੇ ਪਾਤਸ਼ਾਹ ਸਿੰਘਾਂ ਦੇ ਮੋਰਚੇ ਤੇ ਮੈਂ ਜਾ ਕਰਕੇ। ਸੋ ਪੁੱਤਰੰ ਤੁਹਾਰਾ ਜਹਾਂ ਓਜ ਭਾਰਾ। ਜਿੱਥੇ ਮਹਾਰਾਜ ਭਾਰੀ ਬਲ ਦੇ ਸਹਿਤ ਆਪ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਲੜ ਰਹੇ ਐ। ਸੁਣੀ ਦਾਸ ਬਾਨੀ ਸੋ ਆਗਿਆ ਬਖਾਨੀ। ਆਪਣੇ ਸੇਵਕ ਦੀ ਇਹ ਬੇਨਤੀ ਸੁਣੀ ਸੱਚੇ ਪਾਤਸ਼ਾਹ ਨੇ ਤੇ ਹਜੂਰ ਨੇ ਆਗਿਆ ਬਖਸ਼ੀ ਹੈ। ਕਰੋ ਜੁਧ ਜਾਓ ਸਭੈ ਸ਼ਤਰ ਘਾਓ। ਮਹਾਰਾਜ ਕਹਿੰਦੇ ਜਾਓ ਉਦੈ ਸਿੰਘ ਜੀ ਐਸਾ ਯੁੱਧ ਕਰੋ ਕਿ ਦੁਸ਼ਮਣਾਂ ਦੀਆਂ ਲਹੂ ਦੀਆਂ ਨਦੀਆਂ ਵਹਾ ਦਿਓ। ਬਨੇ ਬੇਈਮਾਨਾ ਸਫਾ ਹੋਏ ਹਾਨਾ। ਇਹ ਐਸੇ ਬੇਈਮਾਨ ਹੋਏ ਆ, ਇਹਨਾਂ ਦੀਆਂ ਸਫਾਈ ਉਠਾ ਦਿਓ। ਭਾਵ ਇਹਨਾਂ ਦਾ ਬੀਜ ਹੀ ਨਾਸ਼ ਕਰਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹ ਬਚਨ ਕੀਤਾ ਕਿਉਂਕਿ ਅਧਰਮ ਜਿਹੜਾ ਨਾ ਉਹ ਮਹਾਰਾਜ ਨਾਸ਼ ਹੀ ਕਰਨ ਵਾਸਤੇ ਆਏ ਐ। ਜਿਹੜੇ ਧਰਮੀ ਲੋਕਾਂ ਨੂੰ ਪਰੇਸ਼ਾਨ ਕਰਦੇ ਐ, ਜਿਹੜੇ ਦਗਾਬਾਜ਼ ਲੋਕ ਐ, ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟਾਉਣ ਨੂੰ ਸਤਿਗੁਰੂ ਜੀ ਆਏ ਐ। ਮਹਾਰਾਜ ਨੇ ਆਗਿਆ ਕੀਤੀ ਕਿ ਇਹਨਾਂ ਦੀਆਂ ਸਫਾਈ ਉਠਾ ਦਿਓ। ਪਹਾੜੀ ਇੰਦਰਪਾਲਾ ਮਹਾ ਮੂਡ ਜਾਲਾ। ਜਿਹੜੇ ਵੱਡੇ ਮੂਰਖ ਪਹਾੜੀ ਰਾਜੇ ਹਨ, ਇਹਨਾਂ ਨੂੰ ਵੀ ਇਹਨਾਂ ਦੇ ਕੀਤੇ ਦਾ ਫਲ ਚਖਾਵੋ। ਤਿਨੋ ਧਰਮ ਨਾਸ਼ਾ ਕੋ ਕਰਮੰ ਪ੍ਰਕਾਸ਼ਾ। ਇਹੋ ਜਿਹਾ ਉਹਨਾਂ ਨੇ ਕੁਕਰਮ ਕੀਤਾ ਹੈ ਕਿ ਸ਼੍ਰੀਮਦ ਭਾਗਵਤ ਗੀਤਾ ਦੀ ਖਾਧੀ ਹੋਈ ਵੇਖੋ ਸਹੁੰ ਛੱਡੀ ਹੈ ਨਾ, ਤੁਹਾਨੂੰ ਦੱਸਦੇ ਸਾਂ ਅਸੀਂ ਬਣਾਈ ਸੀ ਆਟੇ ਦੀ ਗਊ ਤੇ ਕਿਵੇਂ ਕਸਮ ਛੱਡ ਦਿੱਤੀ ਹੈ। ਇਉਂ ਧਰਮ ਨੂੰ ਲੰਘ ਗਏ ਹਨ। ਉਦੈ ਸਿੰਘ ਮਾਨੀ ਕਰੀ ਸਾਵਧਾਨੀ। ਭਾਈ ਉਦੈ ਸਿੰਘ ਸਾਹਿਬ ਜੀ ਨੇ ਮਹਾਰਾਜ ਦੀ ਆਗਿਆ ਨੂੰ ਤੇ ਸਮੇਂ ਮੰਨਦਿਆਂ ਹੋਇਆਂ ਸਾਵਧਾਨੀ ਕੀਤੀ ਹੈ ਚੱਲਣ ਵਾਸਤੇ। ਹਟਿਓ ਵੀਰ ਭਾਰੀ ਕਰੰ ਚਾਮ ਧਾਰੀ। ਆਪਣੇ ਹੱਥ ਵਿੱਚ ਧਨੁਖ ਪਕੜ ਕਰਕੇ ਭਾਈ ਉਦੈ ਸਿੰਘ ਜੀ ਜੋ ਭਾਰੀ ਮਹਾਬਲੀ ਸੂਰਮੇ ਹਨ ਚੱਲਣ ਨੂੰ ਤਿਆਰ ਹੋਏ ਆ ਪਿੱਛੇ ਨੂੰ। ਲਏ ਤੀਰ ਤਿੱਖੇ ਫਨੀਚੈ ਸਰੀਖੇ। ਜਿਹੜੇ ਫਨੀਅਰ ਨਾਗਾਂ ਵਰਗੇ ਤਿੱਖੇ ਤਿੱਖੇ ਤੀਰ ਆ ਨਾ ਉਹ ਫਿਰ ਪੱਥਾ ਭਰ ਲਿਆ ਚੰਗੀ ਤਰ੍ਹਾਂ ਤੀਰਾਂ ਦੇ ਨਾਲ। ਕਿਤੇ ਸਿੰਘ ਸੰਗੀ ਚਲੇ ਹੈ ਭੁਜੰਗੀ। ਤੇ ਕਿੰਨੇ ਕ ਸਿੰਘ ਫਿਰ ਜਿਹੜੇ ਸੰਗੀ ਐ ਭਾਈ ਉਦੈ ਸਿੰਘ ਸਾਹਿਬ ਦੀ ਨਾਲ ਰਹਿੰਦੇ ਐ, ਪ੍ਰੇਮ ਕਰਦੇ ਐ, ਉਹ ਫਿਰ ਭਾਈ ਉਦੈ ਸਿੰਘ ਸਾਹਿਬ ਦੇ ਨਾਲ ਚਾਅ ਨਾਲ ਚੱਲੇ ਆ ਲੜਾਕੂ ਸੂਰਮੇ। ਜਹਾਂ ਸੈਨ ਰੋਕੀ ਦਿਸ਼ਾ ਸੋਭੇ ਲੋਕੀ। ਜਿੱਧਰ ਸੈਨਾ ਰੋਕੀ ਹੋਈ ਆ ਬਾਬਾ ਅਜੀਤ ਸਿੰਘ ਸਾਹਿਬ ਨੇ ਉਸ ਦਿਸ਼ਾ ਵੱਲ ਵੇਖਣਾ ਕੀਤਾ। ਗੁਰੂ ਪਾਏ ਹੇਰੇ ਸੋ ਪਿਆਰੇ ਕਨੇਰੇ। ਜਿਹੜੇ ਬਹੁਤ ਪਿਆਰੇ ਹਨ ਭਾਈ ਉਦੈ ਸਿੰਘ ਸਾਹਿਬ ਜੀ ਨੂੰ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨ, ਉਹ ਇੱਕ ਵਾਰੀ ਫਿਰ ਤੱਕੇ ਐ ਕਿਉਂਕਿ ਭਾਈ ਉਦੈ ਸਿੰਘ ਸਾਹਿਬ ਜੀ ਵੀ ਜਾਣਦੇ ਆ ਕਿ ਹੁਣ ਇੱਥੋਂ ਅਸੀਂ ਸਰੀਰ ਕਰਕੇ ਗੁਰੂ ਸਾਹਿਬ ਦਾ ਦਰਸ਼ਨ ਨਹੀਂ ਹੁਣ ਕਰਨਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਚਰਨਾਂ ਨੂੰ ਜੋ ਬਹੁਤ ਪਿਆਰ ਕਰਦੇ ਆ ਭਾਈ ਉਦੈ ਸਿੰਘ ਸਾਹਿਬ ਜੀ, ਅੱਗੇ ਹੋ ਕਰਕੇ ਹਜੂਰ ਦਾ ਰਕਾਬ ਵਿੱਚ ਚਰਨ ਪਿਆ ਹੋਇਆ ਹੈ ਤੇ ਮਹਾਰਾਜ ਸਾਹਿਬ ਜੀ ਦੇ ਰਕਾਬ ਵਿੱਚ ਪਏ ਹੋਏ ਚਰਨਾਂ ਤੇ ਭਾਈ ਉਦੈ ਸਿੰਘ ਸਾਹਿਬ ਨੇ ਆਪਣਾ ਸੀਸ ਰੱਖਿਆ। ਧਰਿਓ ਸੀਸ ਜਾਈ ਪਰਲੋਕੰ ਸਹਾਈ। ਤੇ ਸੀਸ ਜਦੋਂ ਰੱਖਿਆ ਨਾ ਅੱਗੇ ਵੱਧ ਕਰਕੇ ਮਹਾਰਾਜ ਜੀ ਘੋੜੇ ਤੇ ਹੀ ਸਵਾਰ ਹੈ ਸੱਚੇ ਪਾਤਸ਼ਾਹ ਜੀ। ਜਦੋਂ ਆਗਿਆ ਕੀਤੀ ਹੈ ਜਾਣ ਦੀ ਤੇ ਮਹਾਰਾਜ ਜੀ ਦੇ ਇਉਂ ਰਕਾਬਾਂ ਵਿੱਚ ਪਏ ਹੋਏ ਚਰਨ ਭਾਈ ਉਦੈ ਸਿੰਘ ਸਾਹਿਬ ਨੇ ਸੀਸ ਧਰਿਆ ਮਹਾਰਾਜ ਦੇ ਚਰਨਾਂ ਤੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਗਰੀਬ ਨਵਾਜ ਪਰਲੋਕ ਵਿੱਚ ਸਹਾਈ ਹੋਇਓ। ਇਹ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਹੈ। ਗਹੋ ਬਾਹੁ ਮੇਰੀ ਪਰਿਓ ਸ਼ਰਨ ਤੇਰੀ। ਮਹਾਰਾਜ ਆਪਦੀ ਸ਼ਰਨ ਪੈ ਗਿਆ, ਮੇਰੀ ਸਦਾ ਹੀ ਬਾਹ ਪਕੜ ਕੇ ਰੱਖਿਓ। ਗੁਰੂ ਦੀਨ ਥਾਪੀ ਕਰੋ ਸ਼ਤਰ ਖਾਪੀ। ਮਹਾਰਾਜ ਨੇ ਦਿੱਤਾ ਥਾਪੜਾ। ਮਹਾਰਾਜ ਕਹਿੰਦੇ ਵਿਨਾਸ਼ ਕਰ ਦਿਓ ਅਧਰਮੀਆਂ ਦਾ, ਇੱਥੋਂ ਇਹ ਜਿਹੜੇ ਦੁਸ਼ਮਣ ਚੜ ਕੇ ਆਏ ਆ ਇਹਨਾਂ ਦਾ ਨਾਸ਼ ਕਰ ਦਿਓ। ਜਹਾਂ ਮੋਹ ਬਾਸਾ ਰੱਖੋ ਤੋਹਿ ਪਾਸਾ। ਵਰ ਦਿੱਤਾ ਮਹਾਰਾਜ ਨੇ ਕਿਹਾ ਭਾਈ ਉਦੈ ਸਿੰਘ ਜਿੱਥੇ ਮੇਰਾ ਆਪਣਾ ਵਾਸ ਹੋਵੇਗਾ
ਜਹਾਂ ਮੋਰ ਬਾਸਾ ਫਿਰ ਪੜੋ। ਜਹਾਂ ਮੋਹ ਬਾਸਾ ਰਖੋ ਤੋਹਿ ਪਾਸਾ। ਉੱਥੇ ਹੀ ਤੁਹਾਨੂੰ ਆਪਣੇ ਕੋਲ ਹੀ ਸਦਾ ਅਸੀਂ ਰੱਖਾਂਗੇ। ਧਰੋ ਮੋਰ ਧਿਆਨਾ ਜੁਦੋ ਸ਼ਸਤਰ ਹਾਨਾ। ਮਹਾਰਾਜ ਕਹਿੰਦੇ ਸਾਡਾ ਧਿਆਨ ਸਦਾ ਧਾਰੋ ਤੇ ਦੁਸ਼ਮਣ ਦਾ ਨਾਸ਼ ਕਰ ਦਿਓ ਸ਼ਸਤਰਾਂ ਨੂੰ ਪਕੜ ਕੇ। ਦੋਹਰਾ ਜਿਤ ਕਰਿਦੇ ਮਹਿ ਕਾਮਨਾ। ਮਹਾਰਾਜ ਕਹਿੰਦੇ ਜਿੰਨੀ ਕਿ ਹਿਰਦੇ ਵਿੱਚ ਕਾਮਨਾ ਇੱਛਾ ਹੈ, ਪੰਥ ਸਰਦਾਰੀ ਪਾਏ। ਭਾਈ ਉਦੇ ਸਿੰਘ ਤੂੰ ਪੰਥ ਦੀ ਸਰਦਾਰੀ ਪਾਵੇਂਗਾ। ਭੋਗੇ ਧਰਨੀ ਰਾਜ ਕੋ। ਜੇ ਇੱਛਾ ਹੈ ਰੱਖੀ ਹੈ ਮਨ ਦੇ ਅੰਦਰ ਤਾਂ ਸਤਿਗੁਰੂ ਕਹਿੰਦੇ ਧਰਤੀ ਦਾ ਰਾਜ ਵੀ ਭੋਗੇਂਗਾ। ਮੋਹ ਮਿਲਹਿ ਪੁਨ ਆਏ। ਫਿਰ ਤੁਸੀਂ ਸਾਡੇ 'ਚ ਹੀ ਆ ਕਰਕੇ ਮਿਲ ਜਾਵੋਗੇ। ਰਸਾਵਲ ਛੰਦ ਜਿਤੇ ਮੋਹ ਸੰਗੀ ਲਰੈਂਗੇ ਭੁਜੰਗੀ। ਮਹਾਰਾਜ ਕਹਿੰਦੇ ਜਿੰਨੇ ਵੀ ਸਾਡੇ ਸੰਗੀ ਹੈ ਨਾ ਇਹ ਸੂਰਬੀਰ ਯੁੱਧ ਵਿੱਚ ਐਸਾ ਲੜਨਗੇ, ਯੁੱਧ ਕਰਨਗੇ। ਬਨੈ ਤੂੰ ਪ੍ਰਧਾਨਾ ਭੁਗੈ ਸੂਖ ਨਾਨਾ। ਮਹਾਰਾਜ ਕਹਿੰਦੇ ਫਿਰ ਆਉਣਗੇ ਜਿਨ੍ਹਾਂ ਦੀ ਇੱਛਾ ਹੈ, ਜਿਨ੍ਹਾਂ ਕਿਉਂਕਿ ਸਵੈ ਇੱਛਾ ਨਾਲ ਇਹ ਮਹਾਰਾਜ ਸਾਹਿਬ ਜੀ ਆਗਿਆ ਕੀਤੀ ਹੈ। ਜਿਹੜੇ ਸਵੈ ਇੱਛਾ ਦੇ ਨਾਲ ਰਣ ਤੱਤੇ ਵਿੱਚ ਧਰਮ ਯੁੱਧ ਕਰਦੇ ਹੋਏ ਸ਼ਹੀਦ ਹੁੰਦੇ ਆ, ਉਹਨਾਂ ਦਾ ਆਉਣਾ ਤਾਂ ਨਹੀਂ ਹੁੰਦਾ ਸੰਸਾਰ ਵਿੱਚ, ਪਰ ਜੇ ਇੱਛਾ ਧਾਰ ਲੈਣ ਤੇ ਉਸ ਇੱਛਾ ਦੀ ਪੂਰਤੀ ਲਈ ਫਿਰ ਆਉਂਦੇ ਆ। ਤੇ ਫਿਰ ਇੱਛਾ ਉਹ ਪੂਰਤੀ ਕਰਕੇ ਫਿਰ ਮਹਾਰਾਜ ਸਾਹਿਬ ਜੀ ਦੇ ਲੋਕ ਵਿੱਚ ਜਾ ਕਰਕੇ ਗੁਰੂ ਸਾਹਿਬ ਜੀ ਦੇ ਵਿੱਚ ਹੀ ਅਭੇਦ ਹੋ ਜਾਂਦੇ ਆ, ਮਹਾਰਾਜ ਵਿੱਚ ਹੀ ਸਮਾ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਜਿਹੜੇ ਸਾਡੇ ਸੰਗੀ ਹਨ ਜਿਨ੍ਹਾਂ ਦੀ ਇਹ ਇੱਛਾ ਹੈ ਤੇ ਉਹ ਮਹਾਰਾਜ ਕਹਿੰਦੇ ਆਉਣਗੇ ਜ਼ਰੂਰ। ਤੇ ਭਾਈ ਉਦੇ ਸਿੰਘ ਤੂੰ ਉਹਨਾਂ ਦਾ ਸਰਦਾਰ ਹੋਵੇਂਗਾ। ਬਰੰ ਐਸ ਦੀਨੋ ਮਹਾ ਮੋਦ ਕੀਨੋ। ਬਹੁਤ ਭਾਰੀ ਵਰ ਦਿੱਤਾ ਤੇ ਆਨੰਦ ਦੇ ਸਹਿਤ ਪ੍ਰਸੰਨ ਹੋ ਗਏ ਭਾਈ ਉਦੇ ਸਿੰਘ ਜੀ। ਨਮੋ ਕੀਨ ਚਾਲਾ ਸੋ ਜੋਧਾ ਵਿਸਾਲਾ। ਭਾਰੀ ਸੂਰਬੀਰ ਯੋਧੇ ਨਮਸਕਾਰ ਕਰਕੇ ਫਿਰ ਇਉਂ ਚੱਲੇ ਆ। ਬੜੀ ਸ਼ੀਘਰਤਾ ਆਇਓ ਤਿਸੀ ਥਾਮ ਆਇਓ। ਬੜੀ ਸ਼ੀਘਰਤਾ ਦੇ ਨਾਲ ਚੱਲੇ ਐ ਤੇ ਬੜੀ ਛੇਤੀ ਨਾਲ ਚੱਲਦੇ ਹੋਏ ਸਿੰਘਾਂ ਸਮੇਤ ਤੇ ਸਥਾਨ ਦੇ ਉੱਤੇ ਆਏ ਹਨ। ਗੁਰੂ ਨੰਦ ਜੋਧਾ ਦਲੰਗ ਪੁੰਜ ਰੋਧਾ। ਜਿੱਥੇ ਗੁਰੂ ਸਾਹਿਬ ਦੇ ਸੁਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ ਮਹਾਬਲੀ ਯੋਧੇ ਨੇ ਮੈਦਾਨੇ ਜੰਗ ਦੇ ਅੰਦਰ ਦੁਸ਼ਮਣ ਦਾ ਆਗਾ ਰੋਕਿਆ ਏ। ਬੜੇ ਊਚ ਗਾਜਾ ਮਹਾ ਯੁੱਧ ਸਾਜਾ। ਬੜਾ ਭਾਰੀ ਯੁੱਧ ਜਿੱਥੇ ਸਜਿਆ ਹੋਇਆ ਉੱਚੀ ਆ ਕੇ ਸਿੰਘਾਂ ਜਕਾਰੇ ਛੱਡੇ ਆ। ਤਜੇ ਤੀਰ ਤੀਖੇ ਵਿਦੇ ਵੀਰ ਦੀਖੇ। ਤੇ ਵਿੰਨੇ ਹੋਏ ਜਿਹੜੇ ਆ ਨਾ ਹਾ ਹਾ ਕਰਦੇ ਹੋਏ ਇਉਂ ਆਵਾਜ਼ਾਂ ਸੁਣਾਈ ਦਿੰਦੀਆਂ। ਇੱਕੋ ਵਾਰ ਤਿੱਖੇ ਤਿੱਖੇ ਤੀਰ ਭਾਈ ਉਦੇ ਸਿੰਘ ਸਾਹਿਬ ਨੇ ਛੱਡੇ ਆ। ਗੁਰੂ ਨੰਦ ਆਛੇ ਕਰੇ ਬੋਲ ਪਾਛੇ। ਤੇ ਗੁਰੂ ਸਾਹਿਬ ਦੇ ਸੁਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਇਉਂ ਬੋਲ ਕੇ ਭਾਵ ਕਹਿ ਕਰਕੇ ਆਪਣੇ ਪਿੱਛੇ ਕਰਨਾ ਕੀਤਾ ਕਿ ਤੁਸੀਂ ਪਿੱਛੇ ਨੂੰ ਮੁੜਨਾ ਕਰੋ। ਭਇਓ ਆਪ ਆਗੇ ਮਹਾ ਕ੍ਰੋਧ ਜਾਗੇ। ਆਪ ਅੱਗੇ ਹੋ ਗਏ ਭਾਈ ਉਦੇ ਸਿੰਘ ਸਾਹਿਬ ਜੀ ਨੂੰ ਜਿਨ੍ਹਾਂ ਨੂੰ ਬਹੁਤ ਵੀਰ ਰਸ ਜਾਗਿਆ ਏ। ਕਹਿਓ ਪੰਥ ਜਾਓ ਗੁਰੂ ਪੈ ਸਧਾਓ। ਤੇ ਇਉਂ ਕਿਹਾ ਕਿ ਰਸਤੇ ਤੇ ਬਾਬਾ ਅਜੀਤ ਸਿੰਘ ਸਾਹਿਬ ਤੁਸੀਂ ਸਿੱਧੇ ਹੁਣ ਚਲੇ ਜਾਓ ਤੇ ਕਿਤੇ ਵੀ ਰਸਤੇ ਵਿੱਚ ਖਲੋਵੋ ਨਾ। ਖਰੇ ਸੋ ਅਡੀਕੈ ਚਲੈ ਫੇਰ ਨੀਕੇ। ਗੁਰੂ ਗੁਰੂ ਸਾਹਿਬ ਦੇ ਪਾਸ ਪਹੁੰਚੋ ਛੇਤੀ ਨਾਲ, ਮਹਾਰਾਜ ਤੁਹਾਨੂੰ ਖੜੇ ਉਡੀਕਦੇ ਐ, ਫਿਰ ਹੀ ਅੱਗੇ ਚੱਲਣਗੇ। ਕਹੈ ਬਾਰ ਬਾਰੀ ਚਲੀਜੈ ਅਗਾਰੀ। ਬਾਰ ਬਾਰ ਭਾਈ ਉਦੇ ਸਿੰਘ ਸਾਹਿਬ ਗਰਸ ਗਰਸ ਕੇ ਕਹਿੰਦੇ ਐ ਕਿ ਚੱਲਣਾ ਕਰੋ, ਹੁਣ ਤੁਸੀਂ ਜਾਣਾ ਕਰੋ। ਗੁਰੂ ਸਾਹਿਬ ਜੀ ਉਡੀਕਦੇ ਐ, ਮਹਾਰਾਜ ਦੇ ਪਾਸ ਪਹੁੰਚੋ ਛੇਤੀ ਨਾਲ। ਗੁਰੂ ਪੁੱਤਰ ਜੋਧਾ ਪਿਖੇ ਸ਼ਤਰ ਕ੍ਰੋਧਾ। ਤੇ ਗੁਰੂ ਸਾਹਿਬ ਦੇ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ ਯੋਧੇ ਜਦੋਂ ਵੇਖਦੇ ਆ ਦੁਸ਼ਮਣਾਂ ਵੱਲ ਤੇ ਸਗੋਂ ਫਿਰ ਵੀਰ ਰਸ ਆਉਂਦਾ। ਭਾਈ ਉਦੇ ਸਿੰਘ ਸਾਹਿਬ ਦੀ ਗੱਲ ਨੂੰ ਹਟਾ ਕੇ ਫਿਰ ਤੀਰ ਛੱਡ ਦਿੰਦੇ ਆ। ਨਹੀਂ ਜਾਣ ਚਾਹਾ ਰਣੰ ਖੇਤ ਮਾਹਾ। ਜਾਣਾ ਨਹੀਂ ਚਾਹੁੰਦੇ ਪਿੱਛੇ ਨੂੰ, ਕਿਉਂਕਿ ਮੈਦਾਨੇ ਜੰਗ ਦੇ ਅੰਦਰ ਇੱਥੇ ਹੀ ਲੜਦੇ ਹੋਏ ਵੀਰ ਗਤੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਐ। ਪਰ ਸੱਚੇ ਪਾਤਸ਼ਾਹ ਜੀ ਜਾਣਦੇ ਐ ਕਿ ਸਾਡੇ ਪੁੱਤਰ ਨੇ ਕਿੱਥੇ ਰਣ ਤੱਤੇ ਵਿੱਚ ਉਤਰਨਾ ਹੈ, ਜਿੱਥੇ 10 ਲੱਖ ਨੂੰ ਆਪਣੇ ਜਿਹੜਾ ਹੈ ਬਾਹਾਂ ਦੇ ਜੋਸ਼ ਦੇ ਨਾਲ ਠੱਲਣਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਬੁਲਾਵਾ ਭੇਜਿਆ ਹੈ ਸੱਚੇ ਪਾਤਸ਼ਾਹ ਜੀ ਨੇ। ਇਉਂ ਬਾਬਾ ਅਜੀਤ ਸਿੰਘ ਸਾਹਿਬ ਜੀ ਗੱਲ ਸੁਣ ਕੇ ਅਣਸੁਣੀ ਕਰ ਰਹੇ ਆ ਤੇ ਰਣ ਤੱਤੇ ਵਿੱਚ ਜੂਝ ਰਹੇ ਆ ਬੜੀ ਵੀਰਤਾ ਨਾਲ। ਪਿਤਾ ਬਾਕ ਜਾਨਾ ਨਾ ਮੇਟੋ ਪਛਾਨਾ। ਤੇ ਫਿਰ ਭਾਈ ਉਦੇ ਸਿੰਘ ਸਾਹਿਬ ਨੇ ਕਿਹਾ ਕਿ ਗੁਰੂ ਸਾਹਿਬ ਨੇ ਆਪ ਆਖ ਕੇ ਮੈਨੂੰ ਭੇਜਿਆ ਹੈ, ਇਹ ਗੁਰੂ ਸਾਹਿਬ ਦਾ ਹੁਕਮ ਹੈ। ਫਿਰ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਨੇ ਜਾਣਿਆ ਹੈ ਕੀ ਮਨ ਦੇ ਅੰਦਰ ਵਿਚਾਰਦੇ ਹਨ। ਗੁਰੂ ਔਰ ਚਾਲਾ ਗੁਰੂ ਬਾਕ ਪਿਛਲੀ ਹਾਂਜੀ
ਗੁਰ ਪਿਤਾ ਬਾਕ ਜਾਨਾ ਨ ਮੇਟੋ ਪਛਾਨਾ। ਮਨ ਵਿੱਚ ਇਹ ਪਛਾਣਿਆ ਜਾਣਿਆ ਕਿ ਪਿਤਾ ਜੀ ਦਾ ਜੇ ਵਾਕ ਹੈ, ਗੁਰੂ ਜੀ ਦੀ ਜੇ ਆਗਿਆ ਤਾਂ ਫਿਰ ਨਹੀਂ ਮਿਟਣੀ ਚਾਹੀਦੀ। ਗੁਰੂ ਔਰ ਚਾਲਾ ਬੜੋ ਜੁਧ ਘਾਲਾ। ਬੜਾ ਵੱਡਾ ਯੁੱਧ ਪਾਇਆ ਬਾਬਾ ਅਜੀਤ ਸਿੰਘ ਸਾਹਿਬ ਨੇ, ਨਾ ਚਾਹੁੰਦਿਆਂ ਹੋਇਆਂ ਵੀ, ਫਿਰ ਕਿਉਂਕਿ ਹੁਕਮ ਅੱਗੇ ਵੇਰ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਦੋਂ ਹੁਕਮ ਜਾਣਿਆ ਤੇ ਫਿਰ ਪਿੱਛੇ ਹਟ ਚੱਲੇ ਐ। ਉਦੈ ਸਿੰਘ ਗਾਡਾ ਰਿਪੂ ਰੋਕ ਠਾਡਾ। ਭਾਈ ਉਦੈ ਸਿੰਘ ਸਾਹਿਬ ਬੜੀ ਪਕਿਆਈ ਦੇ ਨਾਲ ਦੁਸ਼ਮਣ ਨੂੰ ਰੋਕ ਕੇ ਖਲੋ ਗਏ ਹਨ। ਦੋਹਰਾ ਗੁਰ ਢਿੱਗ ਜੀਵਨ ਸਿੰਘ ਇੱਕ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਦਾ ਨਾਮ ਭਾਈ ਜੈਤਾ ਹੈ, ਇਹ ਸੱਚੇ ਪਾਤਸ਼ਾਹ ਜੀ ਦਾ ਸ਼ਹੀਦ ਸਤਿਗੁਰੂ ਜੀ ਦਾ ਸੀਸ ਦਿੱਲੀੋਂ ਲੈ ਕਰਕੇ ਆਏ ਸਨ। ਇਹ ਉਹੋ ਹੀ ਭਾਈ ਜੀਵਨ ਸਿੰਘ ਸਨ, ਉਹ ਭਾਈ ਜੈਤਾ ਜੀ ਜਿਨ੍ਹਾਂ ਨੇ ਇਹ ਵੱਡੀ ਮਹਾਨ ਸੇਵਾ ਕੀਤੀ। ਤੋਂ ਪ੍ਰਸੰਗ ਆਪਾਂ ਸੰਪੂਰਨ ਕਰ ਲਈਏ। ਰੂਪੇ ਉਹਦੇ ਸਿੰਘ ਇੱਥੋਂ ਸ਼ੁਰੂ ਕਰ ਲਓ, ਕਿਉਂਕਿ ਫਿਰ ਪ੍ਰਸੰਗ ਜਿਹੜਾ ਹੈ ਸੰਪੂਰਨ ਨਹੀਂ ਹੋਵੇਗਾ। ਤੋਂ 48 ਪੌੜੀ ਤੋਂ ਹਾਂਜੀ। ਰੁਪਿਓ ਉਦੈ ਸਿੰਘ ਤਜਤ ਨਾ ਥਲ ਕੋ। ਭਾਈ ਉਦੈ ਸਿੰਘ ਸਾਹਿਬ ਜੀ, ਇਹ ਮਹਾਰਾਜ ਸਾਹਿਬ ਜੀ ਨੇ ਭਾਈ ਜੀਵਨ ਸਿੰਘ ਸਾਹਿਬ ਜੀ ਨੂੰ ਵੀ ਆਗਿਆ ਕੀਤੀ ਹੈ, ਤੇ ਜਿਹੜਾ ਹੈ ਉਹ ਅਜੀਤ ਸਿੰਘ ਸਾਹਿਬ ਜੀ ਨੂੰ ਵੇਖਣ ਵਾਸਤੇ। ਤੇ ਬਾਬਾ ਅਜੀਤ ਸਿੰਘ ਸਾਹਿਬ ਜਿਵੇਂ ਰਸਤੇ ਵਿੱਚ ਮਿਲਦੇ ਐ, ਆਪਾਂ ਕੁਝ ਕੁ ਛੱਡ ਕੇ, ਕਿਉਂਕਿ ਪ੍ਰਸੰਗ ਫਿਰ ਸੰਪੂਰਨ ਹੋ ਜਾਏਗਾ। ਭਾਈ ਉਦੈ ਸਿੰਘ ਸਾਹਿਬ ਦਾ ਯੁੱਧ ਆਪ ਸਰਵਣ ਕਰੋ, ਕਿਵੇਂ ਭਾਈ ਉਦੈ ਸਿੰਘ ਸਾਹਿਬ ਜੀ ਅੱਗਾ ਰੋਕਦੇ ਹਨ। ਰੁਪਿਓ ਉਦੈ ਸਿੰਘ ਤਜਤ ਨਾ ਥਲ ਕੋ। ਤੇ ਭਾਈ ਉਦੈ ਸਿੰਘ ਸਾਹਿਬ ਜੀ ਰੁਕੇ ਐ ਮੈਦਾਨੇ ਜੰਗ ਦੇ ਅੰਦਰ, ਥਾਂ ਨਹੀਂ ਛੱਡਦੇ ਮੈਦਾਨੇ ਜੰਗ ਵਾਲਾ। ਹਤਿਹ ਤੀਰ ਕਰ ਕ੍ਰੋਧਾ। ਤੇ ਬਹੁਤ ਵੀਰ ਰਸ ਦੇ ਨਾਲ ਤੀਰ ਚਲਾਉਂਦੇ ਨੇ। ਲਲਕਾਰਤ ਮਾਰੋ ਰਿਪ ਗਨ ਕੋ। ਬਹੁਤ ਜ਼ਿਆਦਾ ਲਲਕਾਰਦੇ ਆ ਸਾਥੀ ਸਿੰਘਾਂ ਨੂੰ ਕਿ ਅੱਗੇ ਵੱਧ ਕੇ ਮਾਰੋ ਬਹੁਤੇ ਦੁਸ਼ਮਣਾਂ ਨੂੰ। ਇਮ ਕਹਿ ਆਗਾ ਰੋਧਾ। ਇਉਂ ਕਹਿ ਕੇ ਅੱਗਾ ਰੋਕ ਲਿਆ ਦੁਸ਼ਮਣ ਦਾ। ਤਮ ਮਹਿ ਗਿਰਹਿ ਤੁਰਕ ਗਿਰਬਾਸੀ। ਤੇ ਇਉਂ ਪਹਾੜੀ ਜਿਹੜੀ ਸੈਨਾ ਹੈ, ਤੁਰਕਾਂ ਦੀ ਸੈਨਾ, ਰਾਤ ਦੇ ਹਨੇਰੇ ਵਿੱਚ ਦੜ ਕਰਦੀ ਡਿੱਗ ਰਹੀ ਹੈ। ਘਾਲੇ ਹੇਲ ਬਿਸਾਲੇ। ਬਹੁਤ ਹੱਲੇ ਤੇ ਹੱਲਾ ਪਾਉਂਦੇ ਆ ਉਹ, ਪਰ ਅੱਗੇ ਵਧਣ ਹੀ ਨਹੀਂ ਦਿੰਦੇ। ਭਾਈ ਉਦੈ ਸਿੰਘ ਸਾਹਿਬ ਤੇ ਇਉਂ ਆ ਜਿਵੇਂ ਬਲਦੀ ਹੋਈ ਸ਼ਮਾ ਹੈ, ਤੇ ਪਹਾੜੀ ਸੈਨਾ ਤੇ ਤੁਰਕਾਂ ਦੀ ਸੈਨਾ ਇਉਂ ਜਿਵੇਂ ਭਮਟਿਆਂ ਵਾਂਗ ਆ ਕੇ, ਜਿਵੇਂ ਸ਼ਮਾ ਦੇ ਉੱਤੇ ਭਮਟੇ ਜਿਹੜੇ ਆ ਪਤੰਗੇ ਸੜਦੇ ਆ ਨਾ, ਇਵੇਂ ਮਰਦੇ ਹਨ। ਬਹੁਤ ਅਲਪ ਕੁਛ ਲਖੇ ਨਾ ਚਾਹੀ। ਤੇ ਇਉਂ ਜਿਹੜੇ ਸਿੰਘ ਹਨ ਉਹ ਤਾਂ ਬਹੁਤ ਥੋੜੇ ਐ, ਤੇ ਪਰ ਇਹਨਾਂ ਕੋਲੋਂ ਲਖਿਆ ਨਹੀਂ ਜਾਂਦਾ। ਰਾਤ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿੰਨੇ ਕੁ ਸਿੰਘ ਹਨ ਅੱਗੇ ਲੜਨ ਵਾਲੇ। ਭਾ ਸੰਗਰਾਮ ਕਲਾਰੇ। ਤੇ ਪਰ ਸੰਗਰਾਮ ਜਿਹੜਾ ਯੁੱਧ ਹੋ ਰਿਹਾ ਹੈ, ਉਹ ਤੇ ਉਹ ਇਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਪਤਾ ਨਹੀਂ ਕਿੰਨੀ ਕੁ ਸਿੰਘਾਂ ਦੀ ਫੌਜ ਹੈ ਅਗਲੇ ਪਾਸੇ। ਹੜ ਹਸਤ ਜੋਗਨੀ ਨਾਚੇ। ਇਉਂ ਕਵੀਰਾ ਜੰਗ ਦਾ ਰੂਪਕ ਬੰਨ੍ਹਦੇ ਹੋਏ ਕਹਿੰਦੇ ਹੜ ਆਉਂਦੀਆਂ ਜਿਹੜੀਆਂ ਚੜੇਲਾਂ ਨੱਚਦੀਆਂ ਨੇ। ਭੂਤ ਪ੍ਰੇਤ ਬੈਤਾਲਾ। ਤੇ ਭੂਤ ਪ੍ਰੇਤ ਬੈਤਾਲ ਤਾਲੀਆਂ ਮਾਰਦੇ ਨੇ। ਜੰਬਕ ਬ੍ਰਿੰਦ ਪੁਕਾਰੈ ਦਾਰੁਣ। ਤੇ ਬਹੁਤ ਭਿਆਨਕ ਆਵਾਜ਼ਾਂ ਉੱਥੋਂ ਨਿਕਲ ਰਹੀਆਂ ਨੇ। ਜੰਬਕ ਜਿਹੜੇ ਗਿੱਦੜ ਹਨ ਬਹੁਤ ਉੱਚੀ ਕੂਕ ਰਹੇ ਐ। ਆਮਖ ਭਖੈ ਬਿਸਾਲਾ। ਤੇ ਖਿੱਚ ਕੇ ਲੋਥਾਂ ਤੋਂ ਮਾਸ ਖਾ ਰਹੇ ਹਨ ਗਿੱਦੜ ਮਾਸਾਹਾਰੀ ਜਾਨਵਰ। ਤਮ ਮਹਿ ਜਿਮ ਜੀ ਗਣ ਝਮਕੰਤੇ। ਤੇ ਜਿਵੇਂ ਹਨੇਰੇ ਦੇ ਅੰਦਰ ਟਟਹਿਣੇ ਚਮਕਦੇ ਆ, ਤੁਖੈ ਪਲੀਤੇ ਪੁੰਜਾ। ਇਸ ਤਰ੍ਹਾਂ ਬਹੁਤੇ ਪਲੀਤੇ ਜਿਹੜੇ ਉਹ ਤੁਖ ਰਹੇ ਹਨ। ਤੜ ਭੜ ਸ਼ਬਦ ਧਾਨ ਬੋਹਲੇ। ਤੇ ਇਉਂ ਗੋਲੀਆਂ ਚੱਲਦੀਆਂ ਜਿਵੇਂ ਭੱਠੀ ਵਿੱਚ ਦਾਣੇ ਨਹੀਂ ਭੁੱਜਦੇ, ਤੜ ਪੜ ਇਉਂ ਆਵਾਜ਼ ਆਉਂਦੀ ਹੈ। ਜਿਮ ਪਹਾੜ ਵਿਖੈ ਕਿਨ ਪੁੰਜਾ। ਜਿਵੇਂ ਭੱਠੀ ਦੇ ਵਿੱਚ ਦਾਣੇ ਕੋਈ ਭੁੰਨਦਾ ਹੋਵੇ, ਇਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ। ਗਿਰਹਿ ਸਿੰਘ ਸਨਮੁਖ ਹੱਥ ਸ਼ਤਰਨ। ਇਉਂ ਦੁਸ਼ਮਣਾਂ ਨੂੰ ਮਾਰਦੇ ਹੋਏ ਸਿੰਘ ਸਾਹਮਣੇ ਛਾਤੀਆਂ ਵਿੱਚ ਤੀਰ ਤੇ ਗੋਲੀਆਂ ਖਾ ਕੇ ਸ਼ਹੀਦ ਹੋਏ ਆ। ਬਰੈ ਬਰੰਗਨ ਆਈ। ਤੇ ਇਉਂ ਹੂਰਾਂ ਭਰਦੀਆਂ ਆ ਕਰਕੇ। ਲੋਥ ਪੋਥ ਨਾ ਹੋਤ ਜਹਾਂ ਕਹਿ। ਜਿੱਥੇ ਕਿੱਥੇ ਲੋਥਾਂ ਦੇ ਢੇਰ ਲੱਗ ਗਏ ਆ। ਅਟਕ ਪੈਰ ਗਿਰ ਜਾਈ। ਤੇ ਪੈਰ ਅੜ ਜਾਂਦਾ ਚੱਲਣ ਵਾਲੇ ਦਾ, ਤੇ ਪੈਰ ਅੜਦਿਆਂ ਹੀ ਤੁਰਕ ਡਿੱਗ ਜਾਂਦੇ ਆ। ਤਿਸ ਉੱਪਰ ਤੀਜਾ ਗਿਰ ਪਰ ਹੈ। ਇੱਕ ਦੇ ਉੱਤੇ ਦੂਜਾ, ਦੂਜੇ ਤੇ ਤੀਜਾ ਡਿੱਗ ਜਾਂਦਾ ਏ। ਦਰੜੇ ਆਪਸ ਮਾਹੀ। ਆਪਸ ਦੇ ਅੰਦਰ ਹੀ ਦਰੜੇ ਗਏ।
ਬਹੁਤੇ ਤਾਂ ਇਉਂ ਚੰਗੇ ਭਲੇ ਹੀ ਡਿੱਗ ਡਿੱਗ ਕੇ ਦੁਬਾਰਾ ਉੱਠਣਾ ਹੀ ਨਹੀਂ ਪਾਉਂਦੇ ਨੇ, ਪਰੇ ਕਰਾਂ ਹੈ ਉਠ ਹੰਕਾਰਾ। ਤੇ ਪਏ ਹੋਏ ਹਾਏ ਹਾਏ ਕਰਾਉਂਦੇ ਐ। ਉੱਠਦਾ ਜੇ ਕੋਈ ਉੱਠ ਵੀ ਜਾਂਦਾ ਹੈ ਤੇ ਪਿੱਛੋਂ ਫਿਰ ਧੱਕਾ ਵੱਜਦਾ, ਉੱਥੇ ਹੀ ਜਾ ਡਿੱਗਦਾ ਹੈ, ਤੇ ਬਹੁਤ ਹੰਕਾਰ ਦੇ ਭਾਵ ਹਾਏ ਹਾਏ ਦੀਆਂ ਆਵਾਜ਼ਾਂ ਕੱਢਦੇ ਐ। ਹਾਏ ਹਾਏ ਬਹੁ ਪ੍ਰਾਹੀ, ਬਹੁਤ ਹਾਏ ਹਾਏ ਹੀ ਪ੍ਰਾਹੀ ਕਹਿੰਦੇ ਐ। ਬਿਨ ਮਾਰੇ ਸ਼ਤਰੂ ਗਨ ਮਰ ਗਏ, ਬਿਨਾਂ ਹੀ ਮਾਰੇ ਤੋਂ ਬਹੁਤੇ ਦੁਸ਼ਮਣ ਰਾਤ ਦੇ ਹਨੇਰੇ ਵਿੱਚ ਇਉਂ ਡਿੱਗ ਡਿੱਗ ਕੇ ਹੀ ਮਰ ਗਏ ਨੇ, ਗਿਰੇ ਠੋਕਰਾਂ ਖੈ ਕੇ, ਠੋਕਰਾਂ ਖਾ ਖਾ ਕੇ ਡਿੱਗ ਗਏ। ਇੱਕ ਤਾਂ ਇੱਥੇ ਦੇ ਭੇਤੀ ਨਹੀਂ ਹਨ ਇੰਨੇ ਪਹਾੜ ਦੇ ਇਹ ਰਸਤੇ ਦੇ, ਤੇ ਸਿੰਘ ਤਾਂ ਭੇਤੀ ਹੈ, ਸਿੰਘਾਂ ਦਾ ਤੇ ਘਰ ਹੀ ਇਹ ਹੈ, ਤੇ ਇਸ ਕਰਕੇ ਰਾਤ ਦੇ ਸਮੇਂ ਤਾਂ ਉਹੋ ਹੀ ਜਿਹੜਾ ਹੈ ਲੜ ਸਕਦਾ ਜਿਹੜਾ ਉਸ ਧਰਤੀ ਦਾ ਭੇਤੀ ਹੋਵੇ, ਤੇ ਇਹ ਤਾਂ ਇੱਥੋਂ ਦੇ ਦੇਸ਼ ਦੇ ਨਹੀਂ, ਭੇਤ ਨਹੀਂ ਹੈਗਾ। ਸਿੰਘਾਂ ਨੇ ਚੰਗਾ ਨਬੇੜਾ ਕੀਤਾ ਫੌਜ ਦਾ ਰਾਤ ਦੇ ਵਕਤ ਵੀ। ਜ਼ੇਰ ਦਸਤ ਅਰ ਖਾਨ ਵਜੀਦਾ, ਜਿਹੜਾ ਜ਼ਬਰਦਸਤ ਖਾਨ ਹੈ ਤੇ ਵਜੀਦ ਖਾਨ ਹੈ, ਇਹ ਲਾਹੌਰ ਦਾ ਸੂਬਾ ਹੈ ਜ਼ਬਰਦਸਤ ਖਾਨ, ਤੇ ਸਰਹੰਦੀ ਸੂਬਾ ਵਜੀਦ ਖਾਨ। ਬੋਲੇ ਊਚ ਰਸੈ ਕੇ, ਉੱਚੀ ਗੁੱਸੇ ਵਿੱਚ ਆ ਕਰਕੇ ਬੋਲੇ ਆ ਸੈਨਾ ਨੂੰ, ਕਹਾਂ ਭਇਓ ਤੁਮ ਕਿਉ ਬਲ ਹਾਰਿਓ। ਕਹਿੰਦੇ ਕੀ ਹੋ ਗਿਆ ਤੁਹਾਨੂੰ, ਤੁਸੀਂ ਕਿਉਂ ਬਲ ਹਾਰ ਗਏ ਹੋ? ਅਲਪ ਸਿੰਘ ਨਹਿ ਮਾਰੇ, ਇੰਨੇ ਥੋੜੇ ਜੇ ਸਿੰਘ ਨਹੀਂ ਤੁਹਾਡੇ ਕੋਲੋਂ ਅਜੇ ਤੱਕ ਮਾਰੇ ਗਏ। ਪਕੜੋ ਗੁਰ ਕੋ ਨਹਿ ਤਾਂ ਮਾਰ ਦੇਹੋ, ਤੇ ਫੜ ਲਓ ਗੁਰੂ ਸਾਹਿਬ ਨੂੰ, ਨਹੀਂ ਤਾਂ ਫਿਰ ਮਾਰ ਦਿਓ। ਲੱਖੋ ਤੁਮ ਬਲ ਹਾਰੇ, ਤੁਸੀਂ ਲੱਖਾਂ ਦੀ ਗਿਣਤੀ ਚੋਂ ਤੇ ਬਲ ਹਾਰੀ ਬੈਠੇ ਹੋ। ਜਥੇਦਾਰ ਜੇ ਨਿਕਟ ਖਰੇ ਥੇ, ਜਿਹੜੇ ਉਹਨਾਂ ਦੇ ਸੈਨਾਪਤੀ ਨੇੜੇ ਖਲੋਤੇ ਸਨ, ਦੇ ਕਰ ਗਾਰ ਪਠਾਏ, ਉਹਨਾਂ ਨੂੰ ਗਾਲਾਂ ਕੱਢ ਕੱਢ ਕੇ ਬੜੇ ਗੁੱਸੇ ਨਾਲ ਅੱਗੇ ਤੋਰਦੇ ਆ। ਜਾਨ ਨ ਪਾਵੈ ਗੁਰੂ ਜੰਗ ਕਰ, ਕਹਿੰਦੇ ਜੰਗ ਕਰਕੇ ਗੁਰੂ ਸਾਹਿਬ ਹੁਣ ਕਿਤੇ ਇੱਥੋਂ ਜਾਣਾ ਨਾ ਪਾਉਣ, ਭਾਵ ਕਿਤੇ ਚਲੇ ਨਾ ਜਾਣ। ਪਕੜੋ ਕਹਿ ਧਾਏ, ਤੇ ਫੜ ਲਓ ਕਹਿ ਕਹਿ ਕੇ ਇਉਂ ਅੱਗੇ ਨੂੰ ਵਧੇ ਆ। ਹਜ਼ਰਤ ਬਖਸ਼ੈ ਬਹੁ ਬਖਸ਼ੀਸ਼ਾ, ਤੇ ਉਹਨਾਂ ਨੂੰ ਕਹਿੰਦੇ ਆ ਕਿ ਹਜ਼ਰਤ ਜਿਹੜਾ ਹੈ ਨਾ ਰਾਜਾ ਨਰੰਗਾ, ਉਹ ਬੜੀਆਂ ਬਖਸ਼ਿਸ਼ਾਂ ਤੁਹਾਨੂੰ ਬਖਸ਼ੇਗਾ। ਤੇ ਕਈ ਸੈਨਾਪਤੀ ਸੋਚਦੇ ਆ ਕਿ ਮਰੇ ਨੂੰ ਕੀ ਬਖਸ਼ਿਸ਼ ਕਰਨੀ, ਇੱਥੇ ਜਾਣ ਤਾਂ ਸੁੱਕਾ ਦੇਣਗੇ ਨਹੀਂ, ਤੇ ਉਹ ਲਾਲਚ ਦਿੰਦੇ ਆ। ਜੇ ਗੁਰ ਗਹਿਲੇ ਚਾਲੈ, ਕਹਿੰਦੇ ਜੇ ਗੁਰੂ ਸਾਹਿਬ ਨੂੰ ਫੜ ਕੇ ਲੈ ਚੱਲੋਗੇ ਨਾ ਦਿੱਲੀ ਨੂੰ, ਤੇ ਬਹੁਤ ਬਖਸ਼ਿਸ਼ਾਂ ਕਰੇਗਾ ਰਾਜਾ। ਇਮ ਕਹਿ ਸੁਨ ਕਰ ਧਾਏ ਪਰ, ਇਉਂ ਕਹਿ ਸੁਣ ਕਰਕੇ ਇੱਕੋ ਵਾਰ ਬਹੁਤ ਜ਼ੋਰ ਨਾਲ ਚੜ ਕੇ ਪਏ ਆ। ਖਲ ਤਜੀ ਤੁਫੰਗਨ ਜਾਲੈ, ਤੇ ਬਹੁਤ ਜਦੀਆਂ ਮੂਰਖਾਂ ਨੇ ਬੰਦੂਕਾਂ ਛੱਡੀਆਂ ਹਨ। ਰਸਾਵਲ ਛੰਦ ਹਜ਼ਾਰੋ ਸੰਘਾਰੇ ਖਰੇ ਤੀਰ ਧਾਰੇ, ਤੇ ਹਜ਼ਾਰ ਹਾਇਓ ਸੰਘਾਰੇ ਐ, ਖੜੇ ਹੋ ਕਰਕੇ ਸਿੰਘਾਂ ਨੇ ਵੀ ਤੀਰ ਚਲਾਏ ਐ। ਇਸ ਪ੍ਰਕਾਰ ਦੋਹਾਂ ਪਾਸਿਆਂ ਤੋਂ ਦੂਬਦੂ ਲੜਾਈ ਜਿਹੜੀ ਆ ਹੋ ਰਹੀ ਹੈ। ਤੇ ਪ੍ਰਸੰਗ ਥੋੜਾ ਜਿਹਾ ਅਜੇ ਵੀ ਲੰਬਾ ਹੈ, ਆਪਾਂ ਕੱਲ ਨੂੰ ਜਿਹੜਾ ਹੈ ਆਰਾਮ ਨਾਲ ਸੰਪੂਰਨ ਕਰਾਂਗੇ ਫਿਰ। ਤੇ ਭਾਈ ਉਦੇ ਸਿੰਘ ਸਾਹਿਬ ਦਾ ਜਿਹੜਾ ਯੁੱਧ ਹੈ ਉਹ ਕੱਲ ਦੇ ਪ੍ਰਸੰਗ ਵਿੱਚ ਆਪਾਂ ਸਰਵਣ ਕਰਾਂਗੇ। ਜਿਵੇਂ ਦੋਹਾਂ ਪਾਸਿਆਂ ਤੋਂ ਹੁਣ ਇਧਰੋਂ ਜਿਹੜੇ ਐ ਸੈਨਾਪਤੀ ਉਹ ਬੜੇ ਪਿੱਛੋਂ ਸੂਬੇਦਾਰਾਂ ਦੇ ਜਿਹੜੇ ਆ ਉਹ ਧੱਕੇ ਹੋਏ ਅੱਗੇ ਨੂੰ ਚੜ੍ਹ ਆਏ ਐ, ਤੇ ਭਾਈ ਉਦੇ ਸਿੰਘ ਸਾਹਿਬ ਦੇ ਨਾਲ ਸਾਥੀ ਸਿੰਘ ਜਿਵੇਂ ਸ਼ਹੀਦ ਹੁੰਦੇ ਐ, ਤੇ ਆਪ ਸੂਰਬੀਰ ਭਾਈ ਉਦੇ ਸਿੰਘ ਸਾਹਿਬ ਜੀ ਕਿਵੇਂ ਵੀਰਗਤੀ ਨੂੰ ਪ੍ਰਾਪਤ ਕਰਦੇ ਆ। ਬੜੀ ਲਾਸਾਨੀ ਸ਼ਹਾਦਤ ਹੈ ਭਾਈ ਉਦੇ ਸਿੰਘ ਸਾਹਿਬ ਜੀ ਦੀ, ਬੜੀ ਵੀਰਤਾ ਨਾਲ ਲੜੇ ਐ, ਤੇ ਕਵੀਰਾਜ ਨੇ ਬਹੁਤ ਉਹਨਾਂ ਦਾ ਜਿਹੜਾ ਹੈ ਨਾ ਇਹ ਯੁੱਧ ਬੜਾ ਰੌਚਕ ਲਿਖਿਆ ਹੈ। ਇਹ ਕੱਲ ਦੇ ਦੀਵਾਨ ਵਿੱਚ ਆਪਾਂ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਹਜ਼ਰਤ ਬਖਸ਼ੈ ਬਹੁ ਬਖਸ਼ੀਸ਼ਾ, ਜੇ ਗੁਰ ਗਹਿਲੇ ਚਾਲੈ, ਇਮ ਕਹਿ ਸੁਨ ਕਰ ਧਾਏ ਪਰ, ਖਲ ਤਜੀ ਤੁਫੰਗਨ ਜਾਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख भंजन गुणतास, हे संगी हे निरंकार, हे निर्गुण सब टेक, हे गोबिंद हे गुण निधान, जाकै सदा बबेक। हे अपरंपर हर हरे है पी होवन हार, हे संत कै सदा संग निदारा आधार। हे
हे ठाकुर हूँ दासुर मैं निर्गुण गुण नहीं ਕੋਏ नानक दीजै नाम दान ਰਾਖੋ ਹੀਐ ਪਰੋਏ आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो श्रद्धा कर सेवंदे गुर पार उतारन हार कथा निता प्रत होत है सुनहो सो सिंह सो जान नानक गुरु गोबिंद सिंह जी सदा करे कल्याण नानक गुरु गोबिंद सिंह जी सदा करे कल्याण वाहिगुरु जी का खालसा वाहिगुरु जी की फतेह।